KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। 28 ਅਪ੍ਰੈਲ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪ੍ਰੇਵਾਲ ਤੇ ਮੇਰੇ ਵੱਲੋਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਹੁੰਦਾ ਹੈ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ KRPA 1110 AM ਤੇ। ਦੁਨੀਆ ਭਰ 'ਚ ਪ੍ਰੋਗਰਾਮ ਸੁਣਨ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ radioindia.ca। ਸਟੂਡੀਓ ਦਾ ਨੰਬਰ ਹੈ 6045929191 604 592 9191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪ੍ਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਹੁਣੇ ਤੁਸੀਂ ਪੰਜਾਬ ਦੀਆਂ ਖਬਰਾਂ ਡਿਸਕਸ ਕਰ ਰਹੇ ਸੀ ਜੀ। ਇੱਕ ਨਾ ਰਿਪੋਰਟ ਪੜ੍ਹੀ ਸੀਗੀ ਮੈਂ, ਪੰਜਾਬ ਦੇ ਵਿੱਚ ਅਵਾਰਾ ਪਸ਼ੂਆਂ ਦੀ ਜਿਹੜੀ ਸਮੱਸਿਆ ਹੈਗੀ ਆ ਨਾ, ਉਹਨਾਂ ਦੀ ਜਿਹੜੀ ਸਾਂਭ ਸੰਭਾਲ ਦੀ ਸਮੱਸਿਆ ਬਹੁਤ ਜ਼ਿਆਦਾ ਗੰਭੀਰ ਆ। ਇਹਦੇ ਵੱਲ ਨਾ ਤਾਂ ਕੋਈ ਪ੍ਰਸ਼ਾਸਨ ਵੱਲੋਂ ਧਿਆਨ ਦਿੱਤਾ ਜਾਂਦਾ, ਨਾ ਸਰਕਾਰਾਂ ਵੱਲੋਂ ਧਿਆਨ ਦਿੱਤਾ ਜਾਂਦਾ ਜੀ। ਉੱਥੇ ਦੋ ਤੁਸੀਂ ਕਹ ਲਓ ਕਿ ਇੱਕ ਤਾਂ ਅਵਾਰਾ ਪਸ਼ੂਆਂ ਦੀ ਗੱਲ ਕਰਦੇ ਹਾਂ ਅਸੀਂ, ਦੂਸਰੀ ਅਵਾਰਾ ਕੁੱਤਿਆਂ ਦੀ ਗੱਲ ਕਰਦੇ ਹਾਂ। ਹਾਂਜੀ। ਬੜੀ ਵੱਡੀ ਸਮੱਸਿਆ ਹੈ, ਕਿਉਂਕਿ ਜ਼ਿਆਦਾ ਫੋਕਸ ਤਾਂ ਇਲੈਕਸ਼ਨ ਦੌਰਾਨ ਅਵਾਰਾ ਸਿਆਸਤਦਾਨਾਂ ਤੇ ਰਿਹਾ ਨਾ ਜੀ, ਕਿ ਉਹ ਸਮਾਜ ਨੂੰ ਕਿੱਦਾਂ ਖਾ ਰਿਹਾ ਹੈ। ਸਮਾਜ ਨੂੰ ਅਵਾਰਾ ਕੁੱਤੇ, ਅਵਾਰਾ ਪਸ਼ੂ, ਪਹਿਲਾਂ ਅਸੀਂ ਅਵਾਰਾ ਪਸ਼ੂਆਂ ਦੀ ਗੱਲ ਕਰ ਲੈਂਦੇ। ਹਾਂਜੀ। ਹੁਣ ਅਵਾਰਾ ਪਸ਼ੂ ਜਿਹੜੇ ਆ 1 ਲੱਖ ਤੋਂ ਵੱਧ ਹੈ ਪੰਜਾਬ ਦੇ ਵਿੱਚ ਜੀ। ਸ਼ਹਿਰਾਂ ਦੇ ਵਿੱਚ ਤੁਸੀਂ ਆਮ ਬਾਜ਼ਾਰਾਂ ਦੇ ਵਿੱਚ ਜਾਂਦੇ ਆ, ਆਮ ਪਬਲਿਕ ਦੇ ਵਿੱਚ ਉਹ ਤੁਰੇ ਫਿਰਦੇ, ਟ੍ਰੈਫਿਕ ਨਹੀਂ ਲੰਘਣ ਦਿੰਦੇ, ਟ੍ਰੈਫਿਕ ਨੂੰ ਖਤਰਾ ਪੈਂਦਾ ਉੱਥੇ। ਫਿਰ ਲੋਕੀ ਉਹਨਾਂ ਨੂੰ ਸੇਵਾ ਕਰਦੇ ਆ, ਗਊ ਸੇਵਾ ਕਰਨੀ ਹੁੰਦੀ ਆ, ਉਹਨਾਂ ਨੂੰ ਕੁਝ ਖਾਣ ਨੂੰ ਦਿੰਦੇ ਆ। ਵੈਸੇ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਉਹ ਗਊ ਸੇਵਾ ਕਰਦੇ ਆ, ਫਿਰ ਅਸਲੀ ਸੇਵਾ ਤੇ ਇਹੀ ਹੋਵੇ ਵੀ ਜਾਂ ਤਾਂ ਫਿਰ ਉਹਨੂੰ ਪਰਮਾਨੈਂਟ ਹੀ ਘਰ ਲੈ ਜਾਣ, ਲਾਈਕ ਹਰ ਰੋਜ਼ ਹੀ ਫਿਰ ਸੇਵਾ ਹੋ ਜਾਊਗੀ। ਨਹੀਂ, ਇੰਨੀ ਕੁ ਨਹੀਂ ਕਰਨ ਜੋਗੇ ਉਹ। ਇੰਨੀ ਕੁ ਕਰਦੇ ਆ ਕਿ ਜਾਂਦੀ ਨੂੰ ਪੇੜਾ ਖਿਲਾਤਾ। ਇੱਕ ਔਰਤ ਨੇ ਵੈਸੇ ਮੁੰਬਈ ਦੇ ਵਿੱਚ ਬਹੁਤ ਵਧੀਆ ਐਂਟਰਪ੍ਰੈਨਿਓਰ ਹੈ ਉਹਨੇ ਕੀ ਕੀਤਾ, ਉਹਨੇ ਦਿਮਾਗ ਲੜਾਇਆ, ਇੱਕ ਬਿਜ਼ਨਸ ਖੋਲਿਆ ਉਹਨੇ ਮਰੀਨ ਡਰਾਈਵ ਦੇ ਉੱਤੇ। ਉਹ ਇੱਕ ਥੋੜੇ ਜਿਹੇ ਪੱਠੇ ਲੈ ਕੇ ਖਰੀਦ ਕੇ ਲੈ ਕੇ ਆਉਂਦੀ ਆ, ਜਿੱਦਾਂ 50 ਰੁਪਏ ਦੇ, 100 ਰੁਪਏ ਦੇ, ਟਾਲਾ ਲੈ ਲਿਆ ਜਾਂ ਕੋਈ ਹੋਰ ਪੱਠੇ ਲੈ ਲਏ, ਤੇ ਫਿਰ ਉਹ 2-2 4-4 ਕਰਕੇ ਲੋਕਾਂ ਨੂੰ ਵੇਚਦੀ ਆ ਗਊਸ਼ਾਲਾ ਦੇ ਮੂਹਰੇ ਕਿ ਤੁਸੀਂ ਜਾ ਕੇ ਗਊ ਨੂੰ ਖਿਲਾਓ। ਤੇ ਉਹ ਵੇਚਣ ਲੱਗੀ 2-2 4-4 ਪੱਤੇ ਜਿਹੜੇ ਆ ਉਹ 10-10 15-15 20-20 ਰੁਪਏ ਦੇ ਵੇਚਦੀ ਆ। ਉਹ ਕਹਿੰਦੀ ਜਿਹੜੀ ਮੈਂ 50 ਰੁਪਏ ਦੀ ਪੰਡ ਲੈ ਕੇ ਆਉਣੀ ਆ ਤੇ 5000 ਦੀ ਵੇਚਦੀ ਰੋਜ਼। ਵਾਓ। ਮਤਲਬ ਇਹ ਤਾਂ ਹੈਗਾ ਐਂਟਰਪ੍ਰਾਈਜ਼ ਬੰਦਾ। ਹਾਂਜੀ, ਬਿਜ਼ਨਸ ਮਾਈਂਡਡ। ਦੂਸਰੇ ਪਾਸੇ ਸਾਡੇ ਜਿਹੜਾ ਇੱਕ ਤਾਂ ਸਮਾਜ ਬਦਲ ਚੁੱਕਾ ਹੈ, ਉਹਦੇ ਨਾਲ ਸਾਡੀ ਜਿਹੜੀ ਖੇਤੀਬਾੜੀ ਬਦਲੀ ਹੈ। ਮਸ਼ੀਨੀਕਰਨ ਦੇ ਵਿੱਚ ਸਾਨੂੰ ਉਹਨਾਂ ਪਸ਼ੂਆਂ ਦੀ ਲੋੜ ਨਹੀਂ ਪੈਂਦੀ। ਪਹਿਲਾਂ ਵੀ ਇੱਦਾਂ ਹੁੰਦਾ ਸੀ ਕਿ ਪਹਿਲਾਂ ਜਿਹੜਾ ਫੰਡਡ ਹੋ ਜਾਂਦਾ ਸੀ ਕੋਈ ਗਾਂ ਜਾਂ ਮੱਝ, ਉਹਨੂੰ ਛੱਡਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਕਿ ਜਾਵੇ ਇੱਥੋਂ। ਹੁਣ ਜ਼ਿਆਦਾ ਹੀ ਹੋ ਗਿਆ ਉਹ ਕੰਮ। ਕੱਟਿਆਂ ਨੂੰ ਛੱਡ ਦਿੰਦੇ ਲੋਕੀ, ਬੱਚਿਆਂ ਨੂੰ ਛੱਡ ਦਿੰਦੇ ਨੇ, ਬੱਚੀਆਂ ਨੂੰ ਛੱਡ ਦਿੰਦੇ ਨੇ। ਫਿਰ ਤੁਸੀਂ ਦੇਖੋ ਪੰਜਾਬ ਦੇ ਵਿੱਚ ਧਾਰਮਿਕ ਤੌਰ ਤੇ ਗਊਸ਼ਾਲਾ ਬਣੀਆਂ ਹੋਈਆਂ ਨੇ। ਹਾਂਜੀ। ਗਊਸ਼ਾਲਾ ਦੇ ਵਿੱਚ ਉਹੀ ਗਾਈਆਂ ਖੜੀਆਂ ਹੋਣਗੀਆਂ, ਤੁਹਾਨੂੰ ਤੁਸੀਂ ਜਾ ਕੇ ਵਿਜ਼ਿਟ ਕਰਿਓ, ਜਿਹੜੀਆਂ ਦੁੱਧ ਦਿੰਦੀਆਂ। ਵੈਸੇ ਗਊਸ਼ਾਲਾ ਬਣਾਉਣ ਦਾ ਮਕਸਦ ਤਾਂ ਇਹੀ ਹੋਣਾ ਕਿ ਮਕਸਦ ਤਾਂ ਇਹ ਹੈ ਕਿ ਉਹ ਕਿਸੇ ਵੀ ਅਵਾਰਾ ਗਾਏ ਨੂੰ ਉਹਨਾਂ ਦੇ ਅੰਦਰ ਲਿਜਾ ਕੇ ਉਹਦੀ ਸੇਵਾ ਕਰਨ ਜੀ। ਪਰ ਉਹਦੀ ਸੇਵਾ ਹੁੰਦੀ ਹੈ ਜਿਹੜੀ ਦੁੱਧ ਦਿੰਦੀ ਹੈ, ਉਸ ਤੋਂ ਬਾਅਦ ਉਹਨੂੰ ਕੱਢ ਦਿੰਦੇ ਆ। ਗਊਸ਼ਾਲਾ ਜਿਹੜੇ ਉਹ ਡੇਅਰੀ ਲੈਂਡ ਜ਼ਿਆਦਾ ਬਣੇ ਆ, ਜਿਹੜੇ ਪਰਪਸ ਦੇ ਨਾਲ ਸ਼ੁਰੂ ਕੀਤੀ ਹੋਣੀ ਹੈ ਗਊਸ਼ਾਲਾ ਦੀ ਜਿਹੜੀ ਇਹ ਕਨਸੈਪਟ ਆ, ਫਿਰ ਉਹ ਤਾਂ ਬਿਲਕੁਲ ਖਤਮ ਹੀ, ਉਲਟੀ ਹੋ ਰਿਹਾ ਸਾਰਾ ਕੁਝ। ਇੱਕ ਪੁਰਾਣਾ ਗਾਣਾ ਹੁੰਦਾ ਸੀ ਕਿ ਨਹੀਂ, ਜਿੰਨੇ ਗਿਆਨੀ ਧਿਆਨੀ ਇੱਥੇ ਦਇਆ ਧਰਮ ਦੇ ਬੰਦੇ, ਰਾਮ ਨਾਮ ਜਪਦੇ ਤੇ ਖਾਂਦੇ ਗਊਸ਼ਾਲਾ ਦੇ ਚੰਦੇ। ਇਹ ਰਾਜ ਕਪੂਰ ਦੀ ਇੱਕ ਫਿਲਮ ਹੁੰਦੀ ਸੀ ਪੁਰਾਣੀ ਜੀ, ਉਹਦੇ ਵਿੱਚ ਉਹ ਗੱਲ ਠੀਕ ਹੀ ਉਹ ਗਾਣੇ 'ਚ ਕਹਿੰਦਾ ਕੀ ਮੈਂ ਝੂਠ ਬੋਲਿਆ, ਕੀ ਮੈਂ ਕੁਫਰ ਤੋਲਿਆ।
ਉਹ ਸਵਾਲ ਵੀ ਪੁੱਛਦਾ ਲੋਕਾਂ ਤੋਂ। ਹਾਂਜੀ ਹੁਣ ਇਹਨਾਂ ਦੇ ਵਿੱਚ ਇੱਕ ਤਾਂ ਧਾਰਮਿਕ ਪੱਖ ਆ ਜਾਂਦਾ ਵੀ ਜੇ ਤੁਸੀਂ ਬੁੱਚੜ ਕੋਈ ਬਾਹਰੋਂ ਆ ਕੇ ਯੂਪੀ ਤੋਂ ਆ ਕੇ ਮੱਧ ਪ੍ਰਦੇਸ਼ ਤੋਂ ਆ ਕੇ ਉਹ ਐਨੀਮਲਸ ਨੂੰ ਲਿਜਾਣੇ ਚਾਹੁੰਦਾ ਉੱਥੋਂ ਤੇ ਉਹਨੂੰ ਡਾਂਗਾ ਲੈ ਕੇ ਪੈ ਜਾਂਦੇ ਲੋਕੀ। ਹਾਂਜੀ ਜੇ ਬਾਹਰੋਂ ਆ ਕੇ ਕਿਸੇ ਨੇ ਬੋਵਾਈਨ ਇੰਡਸਟਰੀ ਇਹਨੂੰ ਕਹਿੰਦੇ ਆ, ਵੈਸੇ ਗਊਆਂ ਮੱਝਾਂ ਜਿਹੜੀਆਂ ਮਾਰਦੇ ਆ, ਗੁਜਰਾਤ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ, ਇੰਡੀਆ ਇੱਥੇ ਥੋੜੀ ਜਿਹੀ ਇਹਨਾਂ ਦੀ ਕੰਟਰਡਿਕਸ਼ਨ ਆ ਜਾਂਦੀ ਹੈ। ਇੰਡੀਆ ਸਭ ਤੋਂ ਜ਼ਿਆਦਾ ਬੋਵਾਈਨ ਮੀਟ ਜਿਹੜਾ ਐਕਸਪੋਰਟ ਕਰਦਾ। ਬਹੁਤ ਵੱਡੇ ਵੱਡੇ ਬੰਦੇ ਆ, ਕਾਫੀ ਬੰਦੇ ਜੀ ਜਿਨ੍ਹਾਂ ਦੀਆਂ ਫੈਕਟਰੀਜ਼ ਆ, ਸਲੌਟਰ ਹਾਊਸ ਹੈ, ਉਹ ਗੁਜਰਾਤ ਦੇ ਵਿੱਚ ਵੀ ਹੈਗੇ ਆ ਜਿੱਥੇ ਬੀਜੇਪੀ ਰੂਲ ਕਰਦੀ ਹੈ, ਉਹ ਮੱਧ ਪ੍ਰਦੇਸ਼ ਦੇ ਵਿੱਚ ਵੀ ਹੈਗੇ ਆ। ਉੱਥੇ ਉਹ ਬੰਦੇ CEO ਆ ਜਿਹੜੇ ਧਾਰਮਿਕ ਤੌਰ ਤੇ ਆਪਣੇ ਆਪ ਨੂੰ ਹਿੰਦੂ ਕਹਿੰਦੇ ਆ, ਅਸੀਂ ਗਊ ਰੱਖਿਆ ਕਰਦੇ ਹਾਂ, ਤਾਂ ਗਊ ਲਈ ਸਲਾਟਰ ਹਾਊਸ ਉਹਨਾਂ ਨੇ ਸਭ ਤੋਂ ਵੱਡੇ ਬਣਾਏ ਆ। ਸਭ ਤੋਂ ਜ਼ਿਆਦਾ ਮਿਡਲ ਈਸਟ ਨੂੰ ਜਾਂਦਾ ਸਾਡਾ ਬੋਵਾਈਨ ਮੀਟ ਜਿਹਨੂੰ ਅਸੀਂ ਕਹਿੰਦੇ ਹਾਂ। ਹੁਣ ਦੂਸਰੀ ਵੱਡੀ ਜਿਹੜੀ ਪੰਜਾਬ ਦੇ ਵਿੱਚ ਵੱਡੀ ਸਮੱਸਿਆ ਆ ਕਿ ਇਹਨਾਂ ਨੂੰ ਕੰਟਰੋਲ ਕਰਨ ਵਾਲਾ ਕੋਈ ਨਹੀਂ। ਗਊਸ਼ਾਲਾ ਵਾਲੇ ਤਾਂ ਉਹੀ ਫੜਦੇ ਗਾਂ ਨੂੰ ਜਿਹੜੀ ਦੁੱਧ ਦੇਣ ਵਾਲੀ ਆ। ਹਾਂਜੀ ਅੱਛਾ, ਇਹਦੇ ਵਿੱਚ ਵੀ ਆ ਜਾਂਦਾ ਕਿ ਗਊ ਨੂੰ ਤਾਂ ਲੈ ਜਾਣਗੇ ਸ਼ਾਇਦ, ਜੇ ਕੋਈ ਮੱਝ ਨੂੰ ਛੱਡ ਦੇਵੇ ਤਾਂ ਉਹਨੂੰ ਕੌਣ ਲੈ ਕੇ ਜਾਊਗਾ। ਤੇ ਇਹ ਵੈਸੇ ਜੇ ਟ੍ਰੈਫਿਕ ਦੇ ਤੌਰ ਤੇ ਦੇਖਿਆ ਜਾਵੇ ਤਾਂ ਉਹ ਖਤਰਾ ਆ, ਐਕਸੀਡੈਂਟਸ ਦਾ ਰੀਜ਼ਨ ਬਣਦੇ ਆ। ਐਕਸੀਡੈਂਟ ਦਾ ਰੀਜ਼ਨ ਬਣਦੇ ਆ। ਫਿਰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿਨ੍ਹਾਂ ਨੇ ਫਸਲਾਂ ਬੀਜੀਆਂ ਆ, ਅਵਾਰਾ ਪਸ਼ੂ ਵੈਸੇ ਹੀ ਆ ਜਾਂਦੇ ਆ। ਹਾਂਜੀ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ। ਜੇ ਤੁਸੀਂ ਉਹਦਾ ਡਾਂਗਾ ਮਾਰੋਗੇ ਤਾਂ ਪੁਲਿਸ ਆਉਂਦੀ ਆ ਤੁਹਾਡੇ ਖਿਲਾਫ, ਇਹ ਕਰੂਅਲਟੀ ਦੀ ਇਸ਼ੂ ਬਣ ਜਾਂਦੀ ਆ। ਹਾਂਜੀ ਲੋਕੀ ਵੀ ਇਦਾਂ ਦੇਖਦੇ ਕਿ ਜਾਨਵਰਾਂ ਨੂੰ ਕੁੱਟਣ ਡਿਆ ਹੈ। ਅੱਜ ਕੱਲ ਤਾਂ ਲੋਕੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਬਣਾ ਕੇ ਪਾ ਦਿੰਦੇ ਆ। ਉਹਦੀਆਂ ਲਾਠੀਆਂ ਮਤਲਬ ਇਸ ਤਰ੍ਹਾਂ ਪੇਸ਼ ਕਰਨਗੇ ਵੀ ਉਹ ਬੰਦਾ ਤਲਵਾਰਾਂ ਹੀ ਚਲਾ ਰਿਹਾ। ਹਾਂਜੀ ਸੋ ਜੇ ਇੱਕ ਸਮੱਸਿਆ ਆ ਗਈ ਆ, ਸਮੱਸਿਆ ਇਸ ਸਮਾਜ ਦੀ ਹੈ ਕਿ ਮਸ਼ੀਨੀਕਰਨ ਹੋ ਰਿਹਾ। ਮਸ਼ੀਨੀਕਰਨ ਤਾਂ ਇੱਥੇ ਵੀ ਹੋਇਆ ਹੈ। ਹਾਂਜੀ ਤੁਸੀਂ ਇੱਥੇ ਸਰੀ ਚ ਕਦੇ ਦੇਖੇ ਘੋੜੇ ਤੁਰੇ ਫਿਰਦੇ ਜਾਂ ਮੱਝਾਂ ਤੁਰੀਆਂ ਫਿਰਦੀਆਂ, ਗਾਈਆਂ ਤੁਰੀਆਂ ਫਿਰਦੀਆਂ? ਕਿਤੇ ਨਹੀਂ ਦਿਸਦੀ। ਨਹੀਂ। ਇਹ ਨਾਰਥ ਅਮਰੀਕਾ ਦੇ ਵਿੱਚ ਦੇਖ ਲਓ ਕਿੰਨਾ ਦੁੱਧ ਆ। ਹਾਂਜੀ ਮਤਲਬ ਇੱਥੇ ਨਹਿਰਾਂ ਪੱਟ ਸਕਦੇ ਦੁੱਧ ਦੀਆਂ ਜੀ। ਪਰ ਉਹ ਕਿਤੇ ਉਹਨਾਂ ਦੇ ਕਿਤੇ ਆ ਰਿਹਾ ਆ, ਕਿਤੇ ਨਾ ਕਿਤੇ ਉਹਨਾਂ ਨੇ ਗਾਈਆਂ ਸਾਂਭੀਆਂ ਆ। ਹਾਂਜੀ ਉਹ ਗਾਈਆਂ ਬੁੱਢੀਆਂ ਹੁੰਦੀਆਂ, ਉਹਨਾਂ ਨੂੰ ਜਾਂ ਜੰਗ ਉਮਰ ਦੇ ਵਿੱਚ ਵੱਢ ਦਿੰਦੇ ਜਾਂ ਵੱਡੀਆਂ ਨੂੰ ਕਰਕੇ ਵੱਢ ਦਿੰਦੇ। ਜੇ ਉਹਨਾਂ ਨੂੰ ਨਹੀਂ ਵੱਢਣਾ ਫਿਰ ਉਹਦਾ ਸੋਲੂਸ਼ਨ ਕੋਈ ਹੋਰ ਲੱਭ ਲਓ ਕਿ ਇੱਕ ਜਗ੍ਹਾ ਤੇ ਤੁਸੀਂ ਘੇਰ ਲਓ, ਉੱਥੇ ਧਾਰਮਿਕ ਸੰਸਥਾਵਾਂ ਨੂੰ ਕਹੋ ਤੁਸੀਂ ਵੀ ਇਕੱਠੇ ਹੋ ਕੇ, ਬਾਕੀ ਵੀ ਤਾਂ ਪੈਸੇ ਜਾਇਆ ਕਰਦੇ ਹੀ ਆ, ਤੁਸੀਂ ਸਰਕਾਰ ਨੂੰ ਕਹੋ, ਜਿਹੜੀਆਂ ਚੈਰੀਟੇਬਲ ਏਜੰਸੀਜ਼ ਆ ਉਹਨਾਂ ਨੂੰ ਕਹੋ ਜੀ ਕਿ ਇਹਨਾਂ ਦੀ ਦੇਖਭਾਲ ਕਰੋ ਤਾਂ ਕਿ ਉਹ ਆਮ ਲੋਕਾਂ ਦੀ ਮੈਨਸ ਨਾ ਬਣ। ਜੀ ਵਰਡ ਅਸੀਂ ਯੂਜ਼ ਕਰਦੇ ਹਾਂ ਮੈਨਸ। ਹਾਂਜੀ ਉਹ ਪ੍ਰੋਬਲਮ ਕ੍ਰੀਏਟ ਕੀਤੀਆਂ ਉਹਨਾਂ ਨੇ ਸਾਰੇ ਪਾਸੇ। ਤੇ ਇਹਨਾਂ ਦਾ ਸੋਲੂਸ਼ਨ ਇਹੀ ਨਹੀਂ ਹੁੰਦਾ। ਕਈ ਬੰਦੇ ਕਹਿੰਦੇ ਆ, ਸਿਮਰਨਜੀਤ ਸਿੰਘ ਮਾਨ ਮੈਂ ਅਕਸਰ ਸੁਣਦਾ ਹੁੰਦਾ, ਗਾਈਆਂ ਵੱਢ ਕੇ ਖਾ ਲਓ। ਮਹਾਰਾਜਾ ਰਣਜੀਤ ਸਿੰਘ ਇੱਕ ਵਾਰੀ ਸੰਧੀ ਤੇ ਸਾਈਨ ਨਹੀਂ ਸੀ ਕਰਦੇ ਕਿ ਜਿੰਨਾ ਚਿਰ ਅਫਗਾਨਿਸਤਾਨ ਦੇ ਵਿੱਚ ਗਾਈਆਂ ਵੱਢਦੇ ਤੁਸੀਂ, ਮੈਂ ਸੰਧੀ ਤੇ ਸਾਈਨ ਨਹੀਂ ਕਰਨੇ। ਫਿਰ ਉਹਨਾਂ ਨੇ ਦਰਬਾਰੀਆਂ ਨੇ ਕਿਹਾ ਕਿ ਮਹਾਰਾਜ ਸਾਹਿਬ ਆਪਾਂ ਨਹੀਂ ਗਾਈਆਂ ਨੂੰ ਵੱਢਣ ਦਿੰਦੇ, ਨਾ ਜੇ ਕਿਸੇ ਨੇ ਵੱਢਣ ਵਾਲਾ ਖਾਣ ਵਾਲਾ ਆਉਂਦਾ ਉਹਨੂੰ ਖਾਣ ਦਿੰਦੇ ਹਾਂ, ਪਰ ਦੂਸਰੇ ਮੁਲਕ ਵਾਲੇ ਕੀ ਕਰਦੇ ਕੀ ਨਹੀਂ ਕਰਦੇ ਇਹ ਸਾਡਾ ਕੀ ਕੰਮ। ਕੋਈ ਗੱਲ ਨਹੀਂ, ਤੁਸੀਂ ਸਾਈਨ ਕਰ ਦਿਓ। ਉਸ ਤੋਂ ਬਾਅਦ ਉਹਨਾਂ ਨੇ ਟ੍ਰਾਈਪਾਰਟਾਈਟ ਜਿਹਨੂੰ ਕਹਿੰਦੇ ਤਿੰਨ ਧਿਰੀ ਸੰਧੀ, ਹਾਂਜੀ, ਫਿਰ ਸਾਈਨ ਕੀਤੀ ਉਹਨਾਂ ਨੇ। ਤੋ ਸਿਮਰਨਜੀਤ ਮਾਨ ਉਹਨਾਂ ਨੂੰ ਚੇਤਾ ਭੁੱਲ ਗਿਆ ਕਿ ਸਿੱਖ ਰਵਾਇਤ ਇਹ ਨਹੀਂ ਹੈ ਜੀ। ਸਿੱਖ ਰਵਾਇਤ ਇਹੀ ਆ ਜਿਹੜੀ ਹਿੰਦੂ ਰਵਾਇਤ ਹੈ। ਸੋ ਉਹ ਸੋਲੂਸ਼ਨ ਤੁਸੀਂ ਨਹੀਂ ਲੈਣਾ। ਹੋਰ ਇਹ ਇੱਕ ਹੀ ਸੋਲੂਸ਼ਨ ਨਹੀਂ ਹੁੰਦਾ। ਸੋਲੂਸ਼ਨ ਜਿਹੜੇ ਆ ਹੱਲ ਬਹੁਤ। ਇੱਕ ਹੱਲ ਇਹ ਆ ਵੀ ਉਹਨਾਂ ਲਈ ਕੋਈ ਕੰਟੇਨਮੈਂਟ ਹੋਣੀ ਚਾਹੀਦੀ ਹੈ ਜੀ। ਬਿਲਕੁਲ। ਤਾਂ ਕਿ ਬਾਹਰ ਨਾ ਤੁਰੇ ਫਿਰਨ। ਇਹ ਜਾਨਵਰਾਂ ਲਈ ਵੀ ਚੰਗਾ
ਕਈ ਜਗ੍ਹਾ ਤੇ ਮੈਂ ਦੇਖਦਾ ਉਹਨਾਂ ਦੇ ਟਰੈਕਟਰ ਮਾਰ ਜਾਂਦੇ ਆ। ਹਾਂਜੀ। ਉਹ ਵਿਚਾਰੇ ਗਾਈਆਂ ਦੇ, ਮੱਝਾਂ ਦੇ ਜਾਂ ਬੱਚਿਆਂ ਦੇ ਉਹਨਾਂ ਦੇ ਖੂਨ ਨਿਕਲ ਰਿਹਾ ਹੁੰਦਾ ਜੀ। ਉਹ ਬੜੀ ਤਰਸਯੋਗ ਹਾਲਤ ਹੁੰਦੀ ਉਹਨਾਂ ਦੀ। ਹਾਂਜੀ। ਫਿਰ ਉਹਨਾਂ ਦੀ ਕੋਈ ਮਲ੍ਹ ਪੱਟੀ ਕਰਨ ਵਾਲਾ ਨਹੀਂ। ਲੋਕੀ ਤਾਂ ਆਉਂਦੇ ਨੇ, ਥੋੜਾ ਜਿਹਾ ਚਾਰਾ ਪਾ ਕੇ ਤੁਰ ਪੈਂਦੇ ਆ, ਕੋਈ ਉਹਨਾਂ ਦੇ ਟੀਕੇ ਲਵਾਉਣ ਤਾਂ ਨਹੀਂ ਜਾਂਦਾ। ਮਾਨਸਿਕਤਾ ਦੇਖ ਲਓ ਵੀ ਅਸੀਂ ਨਾਲੇ ਤਾਂ ਉਹਨਾਂ ਨੂੰ ਚਾਰਾ ਖਵਾਉਣਾ ਜਾਂ ਭੇੜਾ ਖਵਾਉਣਾ, ਹਨਾ, ਉਹ ਦਰਦ ਦੇ ਨਾਲ ਤੜਫ ਰਹੇ, ਉੱਥੇ ਅਸੀਂ ਕੁਛ ਨਹੀਂ ਕਰਨਾ। ਉਹਨਾਂ ਨੇ ਇੰਨਾ ਵੀ ਨਹੀਂ ਤਾਂ ਸਾਨੂੰ ਹੈਗਾ ਕਿ ਅਸੀਂ ਉਹਨਾਂ ਹੀ ਪੇੜਾ ਖਵਾਉਣਾ ਜਿਹਨਾਂ ਸਵਰਗ ਦਾ ਟਿਕਟ ਮਿਲ ਜਾਵੇ। ਜੀ ਬਿਲਕੁਲ। ਵੀ ਧਰਮਰਾਜ ਜਾਂਦਾ ਕਹਿ ਦੇਵੇ ਇਹਨੇ 7 ਵਾਰੀ ਤਾਂ ਪੇੜਾ ਖਿਲਾਇਆ ਸੀ, 2 ਵਾਰੀ ਥਾਪਿਆ ਸੀ ਉਹਨੂੰ, ਚਲੋ ਇਹਨੂੰ ਲੈ ਜਾਓ ਸਵਰਗ ਨੂੰ, ਉੱਥੇ ਤਾਂ ਹੀ ਸੀਮਤ ਹੈ। ਹਾਂਜੀ। ਪਰ ਉਹਨਾਂ ਦੀ ਦੇਖਭਾਲ ਕਰਨੀ, ਉਹਨਾਂ ਨੂੰ ਨਲਾਉਣਾ, ਉਹਨਾਂ ਨੂੰ ਧਵਾਉਣਾ, ਉਹਨਾਂ ਦੇ ਵਿੱਚ ਕੋਈ ਮਾਰ ਨਹੀਂ ਜਾਂਦਾ, ਕੋਈ ਕੁੱਟਦਾ ਨਹੀਂ ਉਹਨਾਂ ਨੂੰ। ਜੇ ਉਹ ਇੰਜਰਡ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਮਲਮ ਪੱਟੀ ਕਰਨ ਵਾਲਾ ਹੋਵੇ, ਇਹ ਉੱਥੇ ਹੀ ਇੰਤਜ਼ਾਮ ਹੋ ਸਕਦਾ ਜਿੱਥੇ ਐਕਚੁਅਲੀ ਪਸ਼ੂਆਂ ਲਈ ਖਾਸ ਸੰਬੰਧ ਕੀਤੇ ਗਏ। ਹਾਂਜੀ। ਸੋ ਸਮਾਜ ਨੇ ਜੇ ਹੁਣ ਉਹਨਾਂ ਨੂੰ ਲੋੜ ਨਹੀਂ ਆ ਆਪਣੀ ਅੱਜ ਕੱਲ੍ਹ, ਤੇ ਉਹਨਾਂ ਲਈ ਕੋਈ ਨਾ ਕੋਈ ਤਾਂ ਸੋਲੂਸ਼ਨ ਲੱਭੋ ਜਿਹੜਾ ਪਰਮਾਨੈਂਟ ਹੋਵੇ। ਜੀ ਬਿਲਕੁਲ। ਤੁਸੀਂ ਥੋੜੇ ਜਿਹੇ ਸਮੇਂ ਲਈ ਸੋਲੂਸ਼ਨ ਨਹੀਂ ਲੱਭ ਸਕਦੇ, ਪਰਮਾਨੈਂਟ ਸੋਲੂਸ਼ਨ ਕੋਈ ਹੁਣ ਲੱਭਣ ਦੀ ਲੋੜ ਹੈ। ਜੇ ਬਾਕੀ ਦੀਆਂ ਪ੍ਰੋਬਲਮਸ ਐਗਜ਼ਿਸਟ ਕਰਦੀਆਂ ਹੈ, ਸਾਡੇ ਅੱਜ ਕੱਲ੍ਹ ਤਾਂ ਬਿਜਲੀ ਦਾ ਰੌਲਾ ਪੈ ਰਿਹਾ, ਉੱਥੇ ਬਿਜਲੀ ਦਾ ਸੰਕਟ ਤਾਂ ਜੀ ਬਹੁਤ ਬਣਿਆ ਹੋਇਆ। ਬਿਜਲੀ ਦਾ ਸੰਕਟ ਐਵਰੀਡੇ ਜਿਹੜੀਆਂ ਪੰਜਾਬ ਚੋਂ ਖਬਰਾਂ ਆਉਂਦੀਆਂ ਨੇ ਬਿਜਲੀ ਦੇ ਨਾਲ ਰਿਲੇਟਡ ਤਾਂ ਹੁੰਦੀ ਆ। ਇੱਕ ਤਾਂ ਵਾਅਦੇ ਜਿਹੜੇ ਸਰਕਾਰ ਨੇ ਨਵੇਂ ਕੀਤੇ ਆ, ਤੇ ਇੱਕ ਉੱਥੇ ਬਿਜਲੀ ਦੇ ਜਿਹੜੇ ਕੱਟ ਹੈਗੇ ਆਉਂਦੀ ਨਹੀਂ ਹੈਗੀ। ਜਦੋਂ ਜਿਹੜੀ ਆਉਂਦੀ ਨਹੀਂ ਚੀਜ਼, ਤੇ ਉਹ ਫਿਰ ਚਾਹੇ ਫ੍ਰੀ ਵੀ ਹੋਵੇ, ਤੁਸੀਂ ਕੀ ਕਰੋਗੇ? ਹਾਂਜੀ। ਲੈਂਦੇ ਪੰਜਾਬ ਚੋਂ ਕਵਿਤਾ ਪੜ੍ਹਦੇ ਹੁੰਦੇ ਕਿ ਨਹੀਂ, ਰਾਵੀ ਚੋਂ ਨਿਕਲੀਆਂ 2 ਨਹਿਰਾਂ, ਇੱਕ ਸੁੱਕੀ ਤੇ ਇੱਕ ਵੱਗੀ ਨਾ, ਜਿਹੜੀ ਵੱਗੀ ਨਾ ਉਹਦੇ ਚ ਨਹਾਉਂਦੇ 2 ਬ੍ਰਾਹਮਣ, ਇੱਕ ਮਰਿਆ ਦੂਸਰਾ ਉੱਠੀ ਨਾ, ਤੇ ਜਿਹੜਾ ਉੱਠੀ ਨਾ ਉਹਨੇ ਖਰੀਦੀਆਂ 2 ਗਾਈਆਂ, ਇੱਕ ਮਰੀ ਹੋਈ ਇੱਕ ਸੂਈ ਨਾ, ਜਿਹੜੀ ਸੂਈ ਨਾ ਉਹਨੇ ਦਿੱਤੇ 2 ਵੱਛੇ, ਇੱਕ ਮਰਿਆ ਇੱਕ ਉੱਠੀ ਨਾ, ਜਿਹੜਾ ਉੱਠੀ ਨਾ ਉਹਨੂੰ ਖਰੀਦਣ ਆਏ 2 ਸੁਨਿਆਰੇ, ਇੱਕ ਅੰਨਾ ਇੱਕ ਨੂੰ ਦਿਸੇ ਹੀ ਨਾ, ਜਿਹਨੂੰ ਦਿਸੇ ਹੀ ਨਾ ਉਹਨੇ ਦਿੱਤੇ 2 ਰੁਪਈਏ, ਇੱਕ ਖੋਟਾ ਤੇ ਦੂਜਾ ਚੱਲੇ ਹੀ ਨਾ। ਇਹ ਸੋਲੂਸ਼ਨ ਨਹੀਂ ਜੀ, ਆਹ ਸੋਲੂਸ਼ਨ ਹੈਗਾ ਇਹਨਾਂ ਦੇ ਕੋਲ ਵੀ ਉਹ ਗੱਲਾਂ ਕਰੀ ਚਲੋ ਜਿਹੜੀਆਂ ਹੋਣੀਆਂ ਹੀ ਨਹੀਂ ਜੀ। ਸਾਡੇ ਜਿਹੜੀ 300 ਵਾਟ ਉਹਨਾਂ ਨੇ ਦਿੱਤੀ ਹੈ ਫ੍ਰੀ, ਉਹਨਾਂ ਨੇ ਫ੍ਰੀ ਦੇ ਕੇ ਬੰਦ ਕਰਤੀ। ਹਾਂਜੀ। ਤੁਸੀਂ ਬੰਦ ਜਿਹੜੀ ਚੀਜ਼ ਆ ਉਹਨੂੰ ਫ੍ਰੀ ਕਿੱਦਾਂ ਕਰੋਗੇ? ਉਹਨੂੰ ਕਿਸ ਤਰੀਕੇ ਨਾਲ ਇੰਜੋਏ ਕਰੋਗੇ ਜੀ? ਤੁਸੀਂ ਕਿਸੇ ਨੂੰ ਕਹਿ ਦਿਓ ਆਹ ਲਓ ਆਟਾ, ਪਰ ਰੋਟੀ ਨਾ ਖਾਓ, ਇਹਦੇ ਵੱਲ ਦੇਖੀ ਜਾਓ। ਦਾਲ ਦੇ ਜਾਂਦੇ ਆ, ਉਹਦੇ ਵੱਲ ਮਹੀਨਾ ਦੇਖਿਓ, ਫਿਰ ਅਸੀਂ ਚੱਕ ਕੇ ਤਾਂ ਬਦਲ ਕੇ ਹੋਰ ਦੇ ਜਿਆ ਕਰਾਂਗੇ। ਸਟੈਟਿਸਟਿਕਸ ਕੈਨੇਡਾ ਦੀ ਇੱਕ ਰਿਪੋਰਟ ਆਈ ਆ, ਉਹਦੇ ਅਨੁਸਾਰ ਕੈਨੇਡਾ 'ਚ ਕੰਮਕਾਜ ਕਰਨ ਵਾਲੇ ਲੋਕਾਂ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ ਉਹ ਲਗਾਤਾਰ ਬਜ਼ੁਰਗੀ ਵੱਲ ਵੱਧ ਰਹੀ ਆ, ਜੋ ਕਿ ਆਉਣ ਵਾਲੇ ਸਮੇਂ ਵਿੱਚ ਕੈਨੇਡੀਅਨ ਵਰਕ ਫੋਰਸ ਲਈ ਇੱਕ ਵੱਡੀ ਚੁਣੌਤੀ ਸਾਬਤ ਹੋ ਸਕਦੀ ਆ। ਤੇ ਸੈਂਸਸ ਦੇ ਨਵੇਂ ਅੰਕੜਿਆਂ ਅਨੁਸਾਰ ਕੰਮ ਕਰਨ ਵਾਲੇ ਹਰੇਕ 5 ਵਿੱਚੋਂ 1 ਤੋਂ ਵੱਧ ਕੈਨੇਡੀਅਨ ਰਿਟਾਇਰਮੈਂਟ ਦੀ ਉਮਰ ਦੇ ਨਜ਼ਦੀਕ ਆ। ਤੁਸੀਂ ਇਸ ਰਿਪੋਰਟ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਮੇਰਾ ਖਿਆਲ ਕੈਨੇਡਾ ਦਾ ਉਹੀ ਹਾਲ ਹੋ ਰਿਹਾ ਜਿਹੜਾ ਅਮਰੀਕਾ ਵਾਲਿਆਂ ਦਾ, ਵੈਸਟਰਨ ਯੂਰਪ ਦਾ ਹੋ ਰਿਹਾ, ਕਿ ਇੰਨੀ ਵੱਡੀ ਪਾਪੂਲੇਸ਼ਨ ਰਿਟਾਇਰ ਹੋਣੀ ਆ, ਤਾਂ ਉਹਨਾਂ ਨੂੰ ਰਿਪਲੇਸ ਕਰਨ ਲਈ ਕੀ ਉਹਨਾਂ ਦੇ ਕੋਲ, ਸਾਡੇ ਕੋਲ ਬੰਦੇ ਹੈਗੇ ਆ? ਉਹਦੇ ਹਿਸਾਬ ਨਾਲ ਜਿਹੜੀ ਯੂਥ ਪਾਪੂਲੇਸ਼ਨ ਆ ਬਹੁਤ ਘਟ ਰਹੀ ਆ। ਹਾਂਜੀ। ਹੁਣ 1966 ਦੇ ਵਿੱਚ ਕੈਨੇਡਾ ਦੇ ਵਿੱਚ 200 ਬੰਦੇ ਜੇ 55 ਤੋਂ 64 ਸਾਲ ਦੀ ਉਮਰ ਦੇ ਸੀ, ਤੇ ਅੱਜ ਜਿਹੜੇ ਯੂਥ ਜਿਨ੍ਹਾਂ ਨੂੰ ਅਸੀਂ 18 ਤੋਂ 24 ਸਾਲ ਦੇ ਇੱਦਾਂ ਸਟੈਟਸ ਰੱਖਦੇ ਆ, ਉਹਨਾਂ ਦੇ ਕੰਪੈਰੀਜ਼ਨ ਜਿਹੜੇ ਯੂਥ ਸੀ ਉਹ 100 ਸੀ, ਨਹੀਂ ਉਲਟਾ ਕਹਿ ਗਿਆ ਮੈਂ ਥੋੜਾ ਜਿਹਾ, 55 ਤੋਂ 64 ਸਾਲ ਦੇ 100 ਬੰਦੇ ਸੀ, ਤੇ ਯੂਥ ਜਿਹੜੇ 18 ਤੋਂ 24 ਸਾਲ ਦੇ ਸੀ ਉਹ ਸਮਝ ਲਓ 200 ਸੀ। ਹਾਂਜੀ, ਦੁੱਗਣੇ ਹੁੰਦੇ ਸੀ, ਡਬਲ ਸੀ ਉਹਨਾਂ ਦੀ ਗਿਣਤੀ। ਹਾਂਜੀ।
ਤੇ ਅੱਜ ਜਿਹੜੇ ਪਿਛਲੇ 30-40 ਸਾਲਾਂ ਦੇ 50 ਸਾਲਾਂ 'ਚ ਹੀ ਸਮਝ ਲਓ, ਹੁਣ 100 ਬੰਦਾ ਜਿਹੜਾ ਹੈ 18 ਤੋਂ 24 ਸਾਲ ਦਾ ਤੇ 200 ਬੰਦਾ ਜਿਹੜਾ ਆ 55 ਤੋਂ 64 ਸਾਲ ਦਾ। ਸੋ 55 ਤੋਂ 64 ਸਾਲਾਂ ਦੀ ਗਿਣਤੀ ਵੱਧ ਗਈ ਆ ਤੇ 18 ਤੋਂ 24 ਸਾਲ ਵਾਲਿਆਂ ਦੀ ਘਟ ਗਈ ਆ। ਹਾਂਜੀ। ਇਹਦੇ ਨਾਲ ਪ੍ਰੋਬਲਮ ਪੈਂਦੀ ਹੈ ਕਿ ਜਿਹੜੇ ਬੰਦੇ ਹੁਣ ਛੱਡ ਕੇ ਜਾ ਰਹੇ ਉਹ, ਜੇ ਉਹਨਾਂ ਨੂੰ ਰਿਪਲੇਸਮੈਂਟ ਕਰਨ ਵਾਲਾ ਕੋਈ ਨਹੀਂ ਹੈ ਤੇ ਇਕਨੋਮੀ ਨੂੰ ਤੁਸੀਂ ਸਸਟੇਨ ਕਿੱਦਾਂ ਕਰਨਾ? ਸਭ ਤੋਂ ਪਹਿਲਾਂ ਜਿਹੜੇ ਛੱਡ ਕੇ ਜਾਂਦੇ ਆ ਉਹਨਾਂ ਨੂੰ ਪੈਨਸ਼ਨਸ ਦੇਣੀਆਂ ਪੈਣੀਆਂ ਤੁਹਾਨੂੰ। ਦੂਸਰੀ ਗੱਲ ਹੈ ਉਹਨਾਂ ਦੇ ਹੈਲਥ ਕੇਅਰ ਦੇ ਖਰਚੇ ਵੱਧ ਜਾਂਦੇ ਆ। ਇਹੀ ਵੈਸੇ ਸਮਾਂ ਆਉਂਦਾ 65 ਸਾਲ ਤੋਂ ਉੱਪਰ ਨੂੰ ਜਦੋਂ ਹੈਲਥ ਕੇਅਰ ਦੇ ਖਰਚੇ ਲੋਕਾਂ ਦੇ ਵੱਧਦੇ ਆ। ਜਿਹੜੇ ਯੰਗ ਬੰਦੇ ਆ ਉਹ ਤਾਂ ਮੇਰਾ ਖਿਆਲ ਡਾਕਟਰ ਦੇ ਕਈ ਸਾਲ ਜਾਂਦੇ ਹੀ ਨਹੀਂ। ਹਾਂਜੀ। ਕਈਆਂ ਨੂੰ ਕੁਝ ਹੁੰਦਾ ਹੀ ਨਹੀਂ ਜੀ। ਜੇ ਬੜੀ ਹੱਦ ਫਲੂ ਹੋ ਜਾਂਦਾ ਕਿਸੇ ਨੂੰ, ਉਹ ਆਰਾਮ ਨਾਲ ਆਪਣਾ ਥੋੜਾ ਚਿਰ ਸੌਂ ਕੇ ਤਾਂ ਉਹ ਠੀਕ ਹੋ ਜਾਂਦੇ ਆ। ਹਾਂਜੀ, ਬਿਲਕੁਲ ਸਹੀ। ਤੇ ਜੇ ਹੁਣ 65 ਸਾਲ ਤੋਂ ਉੱਤੇ ਕਿਸੇ ਨੂੰ ਫਲੂ ਹੁੰਦਾ, ਉਹਨੂੰ ਡਰ ਹੁੰਦਾ ਨਮੂਨੀਆ ਨਾ ਹੋ ਜਾਵੇ। ਹਾਂਜੀ। ਉਹ ਪਹਿਲਾਂ ਹੀ ਹਸਪਤਾਲ ਜਾਂਦੇ ਜਾਂ ਡਾਕਟਰ ਦੇ ਜਾਂਦੇ ਆ। ਸੋ ਸਾਰੇ ਹੀ ਇੱਕ ਜਿਹੜੀ ਇੱਕ ਮੀਡੀਅਨ ਏਜ ਜਿਹਨੂੰ ਕਹਿੰਦੇ ਅਸੀਂ, ਬਰਾਬਰ ਕਿੰਨੇ ਬਜ਼ੁਰਗ ਆ ਕਿੰਨੇ ਜਵਾਨ ਹੈ, ਔਸਤਨ ਏਜ ਕਿੰਨੀ ਹੈ, ਉਹ ਜਿਹੜੀ ਹੈ ਕੈਨੇਡਾ ਦੇ ਵਿੱਚ 41 ਸਾਲ ਹੈ। ਹਾਂਜੀ। ਇਹ ਬਹੁਤ ਜ਼ਿਆਦਾ ਹੈ। ਹੁਣ ਚੀਨ ਵਾਲਿਆਂ ਨਾਲ ਤਾਂ ਸਾਡੇ ਨਾਲ ਹਿੰਦੁਸਤਾਨ ਨਾਲ ਕੰਪੇਅਰ ਕਰੋ ਨਾ, ਹਿੰਦੁਸਤਾਨ ਦੀ ਬੜੀ ਆਬਾਦੀ ਜਿਹੜੀ ਯੰਗ ਆ ਜੀ, 25 ਸਾਲ ਤੋਂ ਘੱਟ ਦੇ ਜਿਹੜੇ ਬੰਦੇ ਆ ਉਹ ਅੱਧੀ ਪਾਪੂਲੇਸ਼ਨ ਉਹਨਾਂ ਦੀ ਜੀ। ਕਿਸੇ ਵੀ ਦੇਸ਼ ਦੇ ਵਿੱਚ ਇੰਨੇ ਹੈ ਨਹੀਂ। ਹਾਂਜੀ। ਬਹੁਤ ਵੱਡੀ ਗਿਣਤੀ ਹੈ। ਤੇ 65% ਇੰਡੀਆ ਦੇ ਵਿੱਚ ਉਹ ਬੰਦੇ ਆ ਜਿਹੜੇ 35 ਸਾਲ ਤੋਂ ਘੱਟ ਹੈ। ਇਹਨੂੰ ਸਾਰੀ ਨੂੰ ਅਸੀਂ ਕਹਿੰਦੇ ਹਾਂ ਵਰਕ ਫੋਰਸ ਜੀ। ਤੇ ਜਿਹੜੀ ਚਾਈਨਾ ਦੀ ਔਸਤਨ ਏਜ ਹੈ ਉਹੀ 38 ਸਾਲ, ਹਿੰਦੁਸਤਾਨ ਦੀ ਹੈਗੀ 28 ਸਾਲ, 10 ਸਾਲ ਯੰਗ ਹੈ। ਹਾਂਜੀ। ਇਹ ਬਹੁਤ ਵੱਡਾ ਫਰਕ ਹੈ। ਚਾਈਨਾ ਵਾਲਿਆਂ ਨੇ ਪਿੱਛੇ ਜਿਹੇ ਖਾਸ ਤੌਰ ਤੇ ਜਦੋਂ ਡਿੰਗ ਸ਼ਾਓਪਿੰਗ ਆਏ ਆ ਪਾਵਰ ਦੇ ਵਿੱਚ, ਇਹਨਾਂ ਨੇ 1 ਚਾਈਲਡ ਪਾਲਿਸੀ ਕਰਤੀ ਸੀ। ਹਾਂਜੀ। ਦੂਸਰਾ ਬੱਚਾ ਨਹੀਂ ਹੋ ਸਕਦਾ। ਸਾਡੇ ਤਾਂ ਪਹਿਲਾਂ ਜਿਹੜਾ ਫੈਮਿਲੀ ਪਲੈਨਿੰਗ ਕਹਿੰਦੇ ਹੁੰਦੇ ਸੀ, 1 ਜਾਂ 2 ਬੱਚੇ ਹੋਤੇ हैं घर में अच्छे, ਅਸੀਂ 2 ਸਾਡੇ 2 ਬੱਚੇ 2 ਹੀ ਅੱਛੇ, ਬੱਚੇ 2 ਹੀ ਅੱਛੇ। ਤੇ ਉਹ ਚੀਨ ਵਾਲੇ ਨੇ ਇੱਕ ਕਰ ਦਿੱਤਾ। ਇੱਕ ਦੇ ਵਿੱਚ 2 ਪ੍ਰੋਬਲਮ ਪੈ ਗਈਆਂ ਉਹਨਾਂ ਨੂੰ। ਇੱਕ ਤਾਂ ਉਹ ਜਦੋਂ ਲਾਗੂ ਕਰਦੇ ਆ ਤਾਂ ਉਹ ਐਕਚੁਅਲੀ ਲਾਗੂ ਹੁੰਦਾ। ਹਾਂਜੀ। ਉਹ ਪੰਜਾਬ ਸਰਕਾਰ ਦੇ ਹੁਕਮ ਵਾਂਗੂ ਨਹੀਂ ਹੁੰਦਾ, ਉਹ ਐਕਚੁਅਲੀ ਲਾਗੂ ਹੁੰਦਾ। ਉਹਨਾਂ ਨੇ ਇੱਕ ਤਾਂ ਪਹਿਲੀ ਜੈਂਡਰ ਦੀ ਪ੍ਰੋਬਲਮ, ਉਹ ਵੀ ਸਾਡੇ ਨੂੰ ਮੁੰਡੇ ਹੀ ਚਾਹੁੰਦੇ। ਹੁਣ ਮੁੰਡੇ ਜਿਹੜੇ ਹੋਈ ਜਾਂਦੇ ਉਹਨਾਂ ਨੂੰ ਵਿਆਹੁਣਾ ਵੀ ਕਿੱਥੇ? ਹੁਣ ਵੀਅਤਨਾਮ 'ਚ ਲਿਜਾ ਕੇ ਤਾਂ ਵਿਆਹੁਣੇ ਨੇ। ਫਿਰ ਦੂਸਰੀ ਪ੍ਰੋਬਲਮ ਇਹ ਪੈਂਦੀ ਹੈ ਕਿ ਜੇ ਤੁਸੀਂ ਆਪਣੀ ਆਬਾਦੀ ਨੂੰ ਸਸਟੇਨ ਕਿੱਦਾਂ ਕਰਨਾ ਜੀ। ਜੀ ਇੱਕ ਬੱਚਾ ਹੀ ਆ। ਜਿਹੜੇ ਡੈਮੋਗ੍ਰਾਫਰਸ ਆ ਉਹ ਕਹਿੰਦੇ ਕਿ 100 ਜੋੜਾ ਮਤਲਬ 200 ਬੰਦਾ, 100 ਵਿਆਹ ਜੋੜਾ, ਜੇ ਉਹਨਾਂ ਦੇ 230 ਬੱਚੇ ਨਹੀਂ ਆ ਫਿਰ ਤੁਹਾਡੀ ਆਬਾਦੀ ਘਟਣ ਲੱਗ ਪੈਂਦੀ। 230 ਬੱਚੇ ਹੈਗੇ ਆ ਤਾਂ ਫਿਰ ਤੁਹਾਡੀ ਆਬਾਦੀ ਸਸਟੇਨ ਰਹਿੰਦੀ, ਉਨੀ ਰਹਿੰਦੀ ਜਿੰਨੀ ਪਿੱਛੇ ਸੀ। ਉਹ ਤੋਂ ਵੱਧ ਹੋਊਗੀ ਤਾਂ ਫਿਰ ਤੁਹਾਡੀ ਆਬਾਦੀ ਵਧੂਗੀ। ਹਾਂਜੀ। ਸਾਡੇ ਕੈਨੇਡਾ ਦੇ ਵਿੱਚ 100 ਜੋੜੇ ਦੇ ਪਿੱਛੇ 149 ਬੱਚੇ ਆ। ਮਤਲਬ ਦੇਖੋ 100 ਜੋੜੇ ਦੇ ਮਗਰ ਹੀ ਸਾਨੂੰ 80 ਦੀ ਘਾਟ ਹੈ। ਹਾਂਜੀ। ਤਾਂ ਹੀ ਹੁਣ ਪਾਪੂਲੇਸ਼ਨ ਜਿਹੜੀ ਸਸਟੇਨ ਇਸ ਤਰ੍ਹਾਂ ਕਰਦੇ ਆ ਕਿ ਇੰਡੀਆ ਤੋਂ ਬਾਕੀਆਂ ਦੇਸ਼ਾਂ ਤੋਂ ਯੰਗ ਬੰਦਿਆਂ ਨੂੰ ਲੈ ਕੇ ਆਉਂਦੇ ਜੀ। ਜਿਹੜੇ ਆ ਸਟੂਡੈਂਟ ਆਉਂਦੇ ਆ 17-18 ਸਾਲ ਦੇ ਹੁੰਦੇ। ਹਾਂਜੀ। ਤੇ ਮਾਰਕਸ ਵੀ ਤੁਹਾਨੂੰ ਤਾਂ ਹੀ ਜ਼ਿਆਦਾ ਮਿਲਦੇ ਆ ਜੇ ਤੁਸੀਂ ਮਾਰਕ ਮਿਲਦੇ ਨਾ ਏਜ ਦੇ। ਹਾਂਜੀ। ਤੇ ਜੇ ਤੁਸੀਂ 20-21 ਸਾਲਾਂ ਦੇ ਤਾਂ ਵੱਧ ਤੋਂ ਵੱਧ ਮਿਲਦੇ ਆ। ਜੇ ਤੁਸੀਂ 45 ਸਾਲਾਂ ਦੇ ਮਿਲ ਜਾਂਦੇ ਆ ਤਾਂ ਫਿਰ 0। ਹਾਂਜੀ। ਇਸੇ ਕਰਕੇ ਉਹ ਡਿਸਕਰੇਜ ਕਰਨਾ ਚਾਹੁੰਦੇ ਹੁੰਦੇ। ਸੋ ਪਾਪੂਲੇਸ਼ਨ ਇੱਕ ਪਾਸੇ ਵੱਧ ਰਹੀ ਹੈ, ਉਮਰ ਚੰਗੀ ਗੱਲ ਹੈ ਵੈਸੇ,
ਇਹ ਕੋਈ ਮਾੜੀ ਗੱਲ ਨਹੀਂ ਹੈ ਵੀ ਬੰਦੇ ਵੱਧ ਜੀਂਦੇ ਆ, ਪਰ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਵਧੀ ਜਾਂਦੀ ਆ, ਉਹਨਾਂ ਨੂੰ ਸਸਟੇਨ ਕਰਨ ਲਈ ਇਕੋਨਮੀ ਲਈ ਯੰਗ ਬੰਦੇ ਜਿਹੜੇ ਉਹ ਬਹੁਤ ਘੱਟ ਆ। ਹੁਣ ਚਾਈਨਾ ਵਾਲਿਆਂ ਨੇ ਪਿੱਛੇ ਜਿਹਾ ਇੱਕ ਕਾਨੂੰਨ ਪਾਸ ਕੀਤਾ। ਪਹਿਲਾਂ ਸਾਡੇ ਜਿਹੜਾ ਰਵਾਇਤੀ ਕੰਮ ਇਹ ਹੁੰਦਾ ਸੀ ਸਾਰੇ ਸੁਸਾਇਟੀਆਂ ਦੇ ਵਿੱਚ, ਸਾਡੇ ਹੀ ਨਹੀਂ ਇਕੱਲਾ, ਕਿ ਤੁਸੀਂ ਬੱਚਿਆਂ ਨੂੰ ਪਾਲਿਆ ਪੋਸਿਆ, ਤੁਸੀਂ ਬੁੱਢੇ ਹੋ ਗਏ ਤੇ ਹੁਣ ਉਹ ਤੁਹਾਡੀ ਦੇਖ ਰੇਖ ਕਰਨ। ਹੁਣ ਦੀ ਜਨਰੇਸ਼ਨ ਨੇ ਕੀ ਫੜਿਆ ਆ ਕਿ ਉਹਨਾਂ ਨੂੰ ਪਾਲ ਦਿੱਤਾ, ਜੋ ਕਰਤਾ, ਇੱਕ ਤਾਂ ਉਹ ਬਲੇਮ ਸਾਰਾ ਪੇਰੈਂਟਸ ਤੇ ਕਰਦੇ ਹੁੰਦੇ। ਇਹ ਬਲੇਮ ਜਨਰੇਸ਼ਨ ਆ। ਵੈਸੇ ਇੱਕ ਮੈਂ ਸ਼ੋਅ ਦੇਖਦਾ ਸੀ, ਫਰੇਜ਼ਰ ਸ਼ੋਅ ਆ, ਇੱਥੇ ਸੈਟਲ ਦੀ ਸੈਟਿੰਗ ਆ ਉਹਦੀ। ਹਾਂਜੀ। ਉਹਦਾ ਜਿਹੜਾ ਬਜ਼ੁਰਗ ਬਾਪ ਕਹਿੰਦਾ ਮੁੰਡੇ ਨੂੰ, ਕਹਿੰਦਾ ਜਦੋਂ ਮੈਂ ਮਰ ਗਿਆ ਫਿਰ ਕਿਹਨੂੰ ਬਲੇਮ ਕਰੋਗੇ? ਹੁਣ ਤਾਂ ਤੁਸੀਂ ਜਿਹੜੀ ਤੁਹਾਡੇ 'ਚ ਕੁਝ ਵੀ ਗਲਤੀ ਹੈਗੀ ਆ, ਤੁਸੀਂ ਕਹਿੰਦੇ ਵੀ ਸਾਡੇ ਮਾਂ-ਬਾਪ ਨੇ ਇੱਦਾਂ ਕੀਤਾ। ਹਾਂਜੀ। ਜਦੋਂ ਅਸੀਂ ਜਾਂਦੇ ਲੱਗੇ ਫੇਰ ਕੋਈ ਬੰਦਾ ਲੱਭ ਲਓ ਜਿਹਨੂੰ ਬਲੇਮ ਕਰਨਾ ਹੈ, ਕਿਉਂਕਿ ਅਸੀਂ ਸਦਾ ਇੱਥੇ ਰਹਿਣਾ ਨਹੀਂ ਉਹਨਾਂ ਨੇ ਜੀ। ਤੇ ਫੇਰ ਜਿਹੜੇ ਬੱਚਿਆਂ ਦਾ ਫਰਜ਼ ਹੁੰਦਾ ਸੀ ਕਿ ਆਪਣੇ ਮਾਂ-ਬਾਪ ਦੀ ਦੇਖਭਾਲ ਕਰਨੀ ਆ, ਉਹ ਉਹਨਾਂ ਨੂੰ ਛੱਡ ਕੇ ਆਉਂਦੇ ਆ। ਆਪਣੇ ਅਕਸਰ ਕਹਿੰਦੇ ਹੁੰਦੇ ਵੀ ਕੁੰਭ ਦੇ ਮੇਲੇ 'ਚ ਹੁਣ ਸਮਾਂ ਆ ਗਿਆ ਕਹਿੰਦਾ ਬਜ਼ੁਰਗ ਛੱਡਿਓ। ਜਿਹੜੇ ਬਜ਼ੁਰਗ ਆ ਨਹੀਂ ਸਕਦੇ ਉਹ ਕੁੰਭ ਦੇ ਮੇਲੇ 'ਚ ਹੀ ਘੁੰਮਦੇ ਰਹਿੰਦੇ। ਤੇ ਸਾਡੇ ਉਹਨਾਂ ਨੇ ਚਾਈਨਾ ਵਾਲਿਆਂ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਜਿਹੜੇ ਯੰਗ ਬੰਦੇ ਆ, ਜਿਹੜੇ ਨੌਜਵਾਨ ਆ, ਉਹ ਆਪਣੇ ਪੇਰੈਂਟਸ ਨੂੰ ਸਸਟੇਨ ਕਰਨ ਲਈ ਇੱਕ ਜਿਹੜਾ ਕਲਚਰਲੀ ਐਕਸੈਪਟੇਬਲ, ਇਹ ਨਹੀਂ ਹੈ ਵੀ ਬਜ਼ੁਰਗਾਂ ਨੂੰ ਤੁਸੀਂ ਪੁਰਸਕਾਰ ਲੈ ਕੇ ਦੇ ਦਿਓ, ਨਵਾਂ ਹਵਾਈ ਜਹਾਜ਼ ਲੈ ਕੇ ਦੇ ਦਿਓ, ਕਲਚਰਲੀ ਐਕਸੈਪਟੇਬਲ ਜਿਹਨੂੰ ਕਹਿੰਦੇ ਆ। ਹਾਂਜੀ। ਉਹ ਸਟੈਂਡਰਡ ਦਿਓ ਉਹਨਾਂ ਨੂੰ, ਜਿਹਦੇ ਵਿੱਚ ਜਿੱਦਾਂ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਵੀ ਰੋਟੀ ਪਾਣੀ ਦੇ ਦਿੱਤਾ, ਤੁਸੀਂ ਕੱਪੜੇ ਨਵੇਂ ਦੇ ਦਿੱਤੇ, ਘਰ ਦੇ ਦਿੱਤਾ, ਜੇਬ ਖਰਚਾ ਥੋੜ੍ਹਾ ਜਿਹਾ ਦੇ ਦਿੱਤਾ ਉਹਨਾਂ ਨੂੰ। ਇਹ ਜ਼ਿੰਮੇਵਾਰੀ ਤੁਹਾਡੀ ਆ ਜੀ। ਤੁਹਾਡੀ ਇਹ ਜ਼ਿੰਮੇਵਾਰੀ ਨਹੀਂ ਕਿ ਤੁਸੀਂ ਦੇਖੀ ਚਲੋ ਕਿ ਹੁਣ ਘਰ ਮੇਰੇ ਨਾਂ ਤਾਂ ਲਵਾਤਾ, ਇਹਨਾਂ ਨੂੰ ਕੱਢਾਂ ਕਿੱਦਾਂ। ਫਿਰ ਉਹ ਜ਼ਿੰਮੇਵਾਰੀ ਲਾਉਂਦੇ ਆ ਨੂੰਹ ਤੇ ਵੀ ਇਹਨਾਂ ਨੂੰ ਗਾਲਾਂ ਕੱਢ, ਇਹ ਆਪ ਹੀ ਨਿਕਲਣਾ ਚੰਗੀ ਆ, ਨਹੀਂ ਤਾਂ ਅਸੀਂ ਕੱਢ ਕੇ ਆਵਾਂ। ਕਿਉਂਕਿ ਜੇ ਆਪ ਹੀ ਬੰਦਾ ਨਿਕਲ ਜਾਂਦਾ ਉਹ ਤਾਂ ਫਿਰ ਕਹਿਣਾ ਜੀ ਗੁੱਸੇ ਹੋ ਕੇ ਚੱਲ ਗਿਆ ਇੱਥੋਂ। ਜੇ ਤੁਸੀਂ ਕੱਢ ਕੇ ਆਉਂਦੇ ਆ ਕਿਸੇ ਨੂੰ ਤਾਂ ਫਿਰ ਉਹ ਆਲੇ ਦੁਆਲੇ ਵਾਲੇ ਗੱਲਾਂ ਕਰਦੇ ਆ, ਦੇਖ ਲਓ ਪੇਰੈਂਟਸ ਨੂੰ ਆਪਣੇ ਨੂੰ ਛੱਡਿਆ ਹੈ। ਇਹ ਗੱਲਾਂ ਬਹੁਤ ਹੁੰਦੀਆਂ ਹੈ, ਮਤਲਬ ਇਹ ਛੋਟੀ ਜਿਹੀ ਗੱਲ ਨਹੀਂ ਹੈ। ਹਾਂਜੀ। ਇਹ ਸਾਡੇ ਪੰਜਾਬੀ ਸਮਾਜ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੁਣ। ਜੀ ਬਿਲਕੁਲ। ਜਿਨ੍ਹਾਂ ਬੱਚਿਆਂ ਦੇ ਨਾਂ ਤੇ ਉਹਨਾਂ ਦੇ ਪੇਰੈਂਟਸ ਨੇ ਪ੍ਰਾਪਰਟੀ ਲਵਾਤੀ ਆ, ਉਦੋਂ ਬਾਅਦ ਉਹਨਾਂ ਨੂੰ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਕਾਫੀ ਸਾਰੀਆਂ ਇਨਸੀਡੈਂਟ ਸਾਹਮਣੇ ਆਈਆਂ ਨੇ। ਔਰ ਖਾਸ ਤੌਰ ਤੇ ਇੱਥੇ ਜਦੋਂ ਆਉਂਦੇ ਆ, ਤੁਸੀਂ ਦੇਖਿਆ ਹੋਣਾ, ਆਪਣੇ ਆਮ ਗੱਲ ਕਰਦੇ ਆ ਵੀ ਸਾਡੇ ਮੁੰਡਾ ਹੋਵੇ, ਸ਼ਰੀਰ ਟੰਗੇ ਹੁੰਦੇ ਉਹਨਾਂ ਨੇ, ਉਹਦੇ ਲੱਡੂ ਵੰਡੇ ਜਾਂਦੇ ਆ। ਕੁੜੀ ਹੋਵੇ ਤਾਂ ਉਹਨਾਂ ਨੇ ਜਿੱਦਾਂ ਕੋਈ ਘਰ 'ਚ ਮਰ ਗਿਆ ਹੁੰਦਾ, ਇੱਦਾਂ ਮੂੰਹ ਬਣਾਇਆ ਹੁੰਦਾ। ਇੱਥੇ ਸਰੀ ਦੇ ਬੇਅਰ ਕ੍ਰੀਕ ਦੀ ਐਵੇਂ ਮਜ਼ਾਕ ਬਣਾਇਆ ਬੰਦਿਆਂ ਨੇ। ਹਾਂਜੀ। ਉਹ ਕਹਿੰਦੇ ਕਿ ਕੋਈ ਬਜ਼ੁਰਗ ਆਇਆ, ਉਹਦੇ ਬੜੇ ਸੋਹਣੇ ਕੱਪੜੇ ਪਾਏ, ਚਿੱਟਾ ਕੁੜਤਾ ਪਜਾਮਾ ਪ੍ਰੈਸ ਕੀਤਾ ਆ, ਤੇ ਉਹ ਕਹਿੰਦੇ ਕਿ ਆ ਥੋੜੇ ਜਿਹੇ ਪੁਰਾਣੀ ਸੀਰਨੀ ਪਈ ਆ, ਲੱਡੂ ਪਏ ਆ, ਇੱਥੇ ਕੁਛ ਚਾਹ ਪਈ ਹੈ, ਖਾ ਲਾ। ਕਹਿੰਦਾ ਨਹੀਂ, ਮੈਂ ਤਾਂ ਘਰੋਂ ਪਰੌਠੇ ਖਾ ਕੇ ਆਇਆ। ਉਹ ਕਹਿੰਦੇ ਵੀ ਤੈਨੂੰ ਕੁੜੀ ਨੇ ਸੱਦਿਆ ਹੋਣਾ ਇੱਥੇ। ਜੀ। ਉਹ ਬੰਦਾ ਪਹਿਲੇ ਦਿਨ ਆਇਆ, ਉਹ ਬੜਾ ਹੈਰਾਨ ਵੀ ਇਹਨਾਂ ਨੂੰ ਕਿੱਦਾਂ ਪਤਾ ਮੈਨੂੰ ਕੁੜੀ ਨੇ ਸੱਦਿਆ। ਉਹ ਕਹਿੰਦਾ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ? ਵਾਕਿਆ ਹੀ ਮੇਰੀ ਕੁੜੀ ਨੇ ਸੱਦਿਆ। ਉਹ ਕਹਿੰਦੇ ਕੁੜੀ ਆ ਜਿਹੜੀ ਨਵੇਂ ਕੱਪੜੇ ਪਵਾ ਸਕਦੀ ਆ, ਪ੍ਰੈਸ ਕਰ ਸਕਦੀ ਹੈ, ਪਰੌਂਠੇ ਦੇ ਸਕਦੀ ਹੈ। ਮੁੰਡੇ ਨੇ ਤਾਂ ਨੂੰਹ ਨੇ ਇੱਥੇ ਤੈਨੂੰ ਕਹਿਣਾ ਸੀ ਯਾਰ ਨੱਠ ਜਾ ਇੱਥੇ ਸਵੇਰੇ ਸਵੇਰੇ, ਮੂੰਹ ਉੱਥੇ ਟੂਟੀਆਂ ਤੇ ਜਾ ਕੇ ਧੋਈ। ਇਹ ਸਾਡੀ ਹੈਗੀ ਆ, ਮਤਲਬ ਸਮਾਜ ਬਦਲ ਗਿਆ। ਆਪਣੇ ਕਹਿੰਦੇ ਨੇ ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ। ਹਾਂਜੀ ਹਾਂਜੀ। ਉਹ ਘੱਗਰੇ ਤੇ ਫੁਲਕਾਰੀਆਂ ਦੇ ਨਾਲ ਉਹ ਸਮਾਜਿਕ ਰਿਸ਼ਤੇ ਵੀ ਚਲੇ ਗਏ ਜੀ, ਜਿਨ੍ਹਾਂ ਦੀ ਘਾਟ ਅਕਸਰ ਹੁਣ ਚਾਈਨਾ ਦੀ ਸਰਕਾਰ ਨੇ ਮਹਿਸੂਸ ਕੀਤੀ ਹੈ ਕਿ ਜੇ ਘੱਗਰੇ ਤੇ ਫੁਲਕਾਰੀਆਂ ਹੀ ਨਹੀਂ ਗਈਆਂ, ਇੱਥੇ ਰਿਸ਼ਤਿਆਂ ਦੇ ਵਿੱਚ ਵੀ ਨਿਗਾਰ ਆ ਗਿਆ। ਔਰ ਕੈਨ ਯੂ ਇਮੇਜਿਨ ਵੀ ਜਿਹੜੇ ਰਿਸ਼ਤਿਆਂ ਦੇ ਵਿੱਚ ਮਾਂ-ਬਾਪ ਦੀ ਸੇਵਾ ਵੈਸੇ ਹੀ ਕਰਨੀ ਚਾਹੀਦੀ ਆ, ਸਾਡੇ ਕਹਿੰਦੇ ਨੇ ਸਰਵਣ ਪੁੱਤ ਬਣ। ਹਾਂਜੀ। ਤੇ
ਉਹਨਾਂ ਨੂੰ ਕਾਨੂੰਨਨ ਤੌਰ ਤੇ ਕਿਹਾ ਜਾਂਦਾ ਕਿ ਨਹੀਂ ਤਾਂ ਤੁਹਾਨੂੰ ਅਰੈਸਟ ਕਰ ਲਵਾਂਗੇ। ਜੀ, ਸਖਤਾਈ ਵਰਤਣੀ ਪੈਂਦੀ ਹੈ। ਸਖਤਾਈ ਵਰਤਣੀ ਪੈ ਰਹੀ ਹੈ। ਕਾਨੂੰਨ ਉਸ ਵਕਤ ਬਣਦਾ ਜਦੋਂ ਤੁਸੀਂ ਵਲੰਟਰੀ ਤੌਰ ਤੇ ਉਹ ਗੱਲ ਨਹੀਂ ਮੰਨਦੇ। ਹਾਂਜੀ। ਸਾਨੂੰ ਵੈਸੇ ਤਾਂ ਕਿਹਾ ਜੇ ਇੱਥੇ ਵੈਸੇ ਕਹਿ ਦੇਣ ਕਿ ਤੁਸੀਂ ਜੇ ਕਾਰ ਚਲਾਉਣੀ ਆ ਸਿਟੀ ਦੇ ਵਿੱਚ 50 ਕਿਲੋਮੀਟਰ ਤੋਂ ਵੱਧ ਨਾ ਚਲਾਓ ਵਲੰਟੀਅਰ ਤੌਰ ਤੇ। ਹਾਂਜੀ। ਤੁਸੀਂ ਦੇਖਿਓ ਕਿਸੇ ਨੇ ਗੱਲ ਨਹੀਂ ਮੰਨਣੀ। ਨਹੀਂ, ਕਿਸੇ ਨੇ ਵੀ ਨਹੀਂ। ਪਰ ਉਸ ਤੋਂ ਬਾਅਦ ਕਾਨੂੰਨ ਲੈ ਆਂਦਾ ਵੀ ਚੱਲ ਤੁਹਾਨੂੰ $250 ਫਾਈਨ ਕਰਨਾ, ਫੇਰ ਬੰਦਿਆਂ ਨੂੰ ਸਮਝ ਆਉਂਦੀ ਹੈ। ਹਾਂਜੀ। ਤੇ ਇਸ ਕਰਕੇ ਨਾ ਜੇ ਕਾਨੂੰਨ ਲਿਆਉਣਾ ਪਿਆ ਉਹਨਾਂ ਨੂੰ ਤੇ ਇਹ ਵੀ ਨਿਘਾਰ ਦੀ ਗੱਲ ਹੈ ਇੱਕ। ਹਾਂਜੀ, ਚਿੰਤਾਜਨਕ ਗੱਲ ਆ। ਹਾਂ, ਉਹਨਾਂ ਨੇ ਲੈ ਆਂਦਾ ਕਾਨੂੰਨ, ਇਹ ਗੱਲ ਵਧੀਆ ਗੱਲ ਹੈ। ਵੈਸੇ ਸਾਡੇ ਤਾਂ ਇਹ ਹਜੇ ਇਹ ਸੋਚਦੇ ਆ ਕਿ ਸਟੇਟ ਦੇ ਕੋਲ ਪੈਸੇ ਹੈਗੇ ਆ, ਅਸੀਂ ਸਸਟੇਨ ਕਰ ਸਕਦੇ ਹਾਂ, ਅਸੀਂ ਪੈਨਸ਼ਨਸ ਦੇ ਸਕਦੇ ਹਾਂ, ਅਸੀਂ ਉਹਨਾਂ ਦਾ ਹੈਲਥ ਕੇਅਰ ਦੇ ਸਕਦੇ ਹਾਂ, ਉਹਨਾਂ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਹੈਗਾ ਹੈ ਇੱਥੇ ਬਜ਼ੁਰਗਾਂ ਲਈ। ਹਾਂਜੀ। ਹੁਣ ਨਾ ਕੱਲ ਇੱਕ ਨਿਊਜ਼ ਆਈ ਸੀ, ਕੋਈ ਪੋਲੀਟੀਕਲ ਐਨਾਲਿਸਟ ਸੀਗੇ, ਉਹਨਾਂ ਨੇ ਕਿਹਾ ਕਿ ਜਿਹੜੇ ਲਿਬਰਲਸ ਹੈਗੇ ਆ ਨਾ, ਇਹ ਆਪਣੇ ਆਪ ਨੂੰ ਖੁਦ ਹੀ ਇੰਬੈਰਸ ਕਰਦੇ ਰਹਿੰਦੇ ਆ। ਮੰਦਭਾਗੀ ਸ਼ਬਦਾਵਲੀ ਲਿਬਰਲਸ ਦਾ ਜਿੱਦਾਂ ਟ੍ਰੇਡਮਾਰਕ ਬਣ ਗਿਆ ਹੁੰਦਾ। ਦੇਖੋ, ਕੱਲ ਇਹਨਾਂ ਦੀ ਇੱਕ MP ਉੱਥੇ ਹਾਊਸ ਆਫ ਕਾਮਨਸ ਦੇ ਵਿੱਚ ਇੰਟੀਰੀਓ ਤੋਂ ਆ, ਟੋਰਾਂਟੋ ਦੇ ਏਰੀਆ ਦੇ ਵਿੱਚ, ਉਹਨਾਂ ਨੇ ਕਿਹਾ ਕਿ ਇੰਟੀਰੀਓ ਦੇ ਪ੍ਰੀਮੀਅਰ ਨੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਦਾ ਚਾਰਜ ਲਾਇਆ। ਅੱਛਾ, ਕ੍ਰਾਈਮਸ ਅਗੇਂਸਟ ਹਿਊਮੈਨਿਟੀ ਕਿਹੜੀ ਗੱਲ ਤੇ? ਕਿ ਉਹ ਵਾਤਾਵਰਣ ਬਾਰੇ ਜਾਂ এনवायरमेंट ਬਾਰੇ ਉਹ ਲਾਜ਼ ਨਹੀਂ ਲਿਆ ਰਹੇ ਜਿਹੜੇ ਉਹ ਚਾਹੁੰਦੇ ਆ ਫੈਡਰਲ ਸਰਕਾਰ ਵਾਲੇ। ਹੁਣ ਇਹਦੇ ਵਿੱਚ ਪਹਿਲੀ ਗੱਲ এনवायरमेंट ਦੀ ਗੱਲ ਹੈ, ਇਹਦੇ ਵਿੱਚ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਕਿੱਥੋਂ ਆ ਗਏ? ਜੀ ਬਿਲਕੁਲ। ਉਹਨੂੰ ਆਪੋਜੀਸ਼ਨ ਮੈਂਬਰ ਨੇ ਕਿਸੇ ਨੇ ਪੁੱਛਿਆ ਵੀ ਸਵਾਲ ਕਿ ਤੁਸੀਂ ਇਹ ਸ਼ਬਦ ਨਾ ਵਰਤੋ, ਵਾਪਸ ਲੈ ਲਓ। ਉਹ ਫੇਰ ਉੱਠੀ ਦੁਆਰਾ, ਫੇਰ ਉਹੀ ਗਿਆ। ਹੁਣ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਦਾ ਮਤਲਬ ਹੈ ਤੁਸੀਂ ਕਤਲੇਆਮ ਕਰਦੇ ਆ, ਤੁਸੀਂ ਜਾ ਕੇ ਬੰਬ ਸਿੱਟ ਦਿੱਤਾ ਜਿੱਥੇ ਬੱਚੇ ਮਰ ਗਏ, ਲੋਕੀ ਹੋਰ ਵੀ ਮਰ ਗਏ। ਬਹੁਤ ਵੱਡੀ ਸਟੇਟਮੈਂਟ ਹੈ ਡਾਕਟਰ ਸਾਹਿਬ, ਬਹੁਤ ਵੱਡੀ ਗੱਲ ਹੈ। ਹਾਂਜੀ। ਇੱਕ ਪ੍ਰੀਮੀਅਰ ਨੂੰ ਕਹਿਣਾ। ਜੀ। ਹੁਣ ਕੀ ਪ੍ਰੀਮੀਅਰ ਡਗ ਨੇ ਉੱਥੇ ਕਿਤੇ ਬੰਬ ਸਿੱਟ ਦਿੱਤਾ? ਕੀ ਉਹਨੇ ਬੰਦੇ ਕਤਲ ਕਰਤੇ? ਹਾਂ, ਉਹ ਆਪਣੇ ਹਿਸਾਬ ਦੇ ਨਾਲ ਸੋਚਦਾ ਹੈ ਕਿ এনवायरमेंट ਲਾਜ਼ ਆ ਹੋਣੇ ਚਾਹੀਦੇ, ਜਿਹੜਾ ਇਹਨਾਂ ਦੇ ਨਾਲੋਂ ਵੱਖਰੀ ਸੋਚ ਆ। ਹੁਣ ਤੁਹਾਡੇ ਨਾਲੋਂ ਵੱਖਰੀ ਸੋਚ ਹੋਵੇ ਤਾਂ ਇਹਦਾ ਮਤਲਬ ਤੁਸੀਂ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਦਾ ਚਾਰਜ ਲਾਓਗੇ। ਹੁਣ ਕੱਲ ਹੀ ਇਹਨਾਂ ਨੇ ਇੱਕ ਜੈਨੋਸਾਈਡ ਦਾ ਮਤਾ ਪਾਸ ਕੀਤਾ, ਸਾਰਿਆਂ ਨੇ ਰਲ ਕੇ, ਸਭ ਨੇ ਵੋਟ ਪਾਈ ਆ ਉਹਦੇ ਤੇ। ਜੀ, ਜੈਨੋਸਾਈਡ ਦਾ ਮਤਾ ਪਹਿਲੀ ਤਾਂ ਗੱਲ ਹਾਊਸ ਆਫ ਕਾਮਨਸ ਦੇ ਵਿੱਚ ਪਾਰਲੀਮੈਂਟ ਨਹੀਂ ਡਿਸਾਈਡ ਕਰਦੀ। ਹਾਂਜੀ। ਇਹ ਜੁਡੀਸ਼ਰੀ ਨੇ ਡਿਸਾਈਡ ਕਰਨਾ। ਜੀ। ਉਹ ਵੀ ਇੰਟਰਨੈਸ਼ਨਲ। ਜੀ। ਸਾਡੇ ਇੰਟਰਨੈਸ਼ਨਲ ਟ੍ਰਿਬਿਊਨਲ ਜੇ ਕੋਈ ਬੈਠੇ, ਉਹ ਡਿਸਾਈਡ ਕਰਨਗੇ, ਫੈਸਲਾ ਕਰਨਗੇ ਜੱਜਸ ਕਿ ਰਸ਼ੀਅਨ ਸਟੇਟ ਦਾ ਕੀ ਇੰਟੈਂਟ ਸੀ, ਇਰਾਦਾ ਕੀ ਸੀ। ਉਹ ਇਰਾਦਾ ਜਾਣਨ ਲਈ ਤੁਹਾਨੂੰ ਉਹਨਾਂ ਦੇ ਸੀਕ੍ਰੇਟ ਡਾਕੂਮੈਂਟ, ਸਾਰੀਆਂ ਮੀਟਿੰਗਸ, ਕਿਹਨੇ ਕੀ ਕਿਹਾ, ਕਿਸ ਤਰੀਕੇ ਨਾਲ, ਜਿੱਦਾਂ ਜਰਮਨੀ ਵਾਲੇ ਤਾਂ ਹਾਰ ਗਏ ਸੀ। ਹਾਂਜੀ। ਜਦੋਂ ਉਹਨਾਂ ਦਾ ਲੱਭਾ ਨਾ ਜੈਨੋਸਾਈਡ ਉਹਨਾਂ ਨੇ ਕੀਤੀ ਹੈ ਯਹੂਦੀਆਂ ਦੇ ਖਿਲਾਫ, ਹੁਣ ਉਹ ਹਿਟਲਰ ਤਾਂ ਹਾਰ ਚੁੱਕਾ ਸੀ। ਫਿਰ ਜਿਹੜੇ ਉਹਨਾਂ ਦੇ ਡਾਕੂਮੈਂਟਸ ਪਏ ਸੀ ਉਹ ਸਟੱਡੀ ਕੀਤੇ ਗਏ, ਜਿਨ੍ਹਾਂ ਦੇ ਵਿੱਚ ਸਾਬਤ ਹੋਇਆ ਕਿ ਇਹਨਾਂ ਨੇ ਵਾਕਿਆ ਹੀ ਇੱਕ ਤਰਕੀਬ ਲਾ ਕੇ ਯਹੂਦੀਆਂ ਨੂੰ ਖਤਮ ਕੀਤਾ, ਜਿਪਸੀਜ਼ ਨੂੰ ਖਤਮ ਕੀਤਾ। ਉਹਦੀ ਇੱਕ ਇਹਨਾਂ ਦੇ ਕੋਈ ਯੋਜਨਾਬੱਧ ਸਕੀਮ ਸੀ। ਹੁਣ ਕੀ ਰਸ਼ੀਆ ਵਾਲਿਆਂ ਤੇ ਇਹਨਾਂ ਦੇ ਕੋਲ ਕੋਈ ਐਵੀਡੈਂਸ ਹੈਗਾ? ਜਿਹਦਾ ਜੋ ਬਾਈਡਨ ਨੇ ਦੂਸਰੇ ਪਾਸੇ ਪਹਿਲਾਂ ਉਹਨਾਂ ਨੇ ਗੱਲ ਕੀਤੀ ਸੀ ਵੈਸੇ। ਹਾਂਜੀ, ਉਹਨਾਂ ਨੇ ਵਾਈਟ ਹਾਊਸ ਨੂੰ ਵੀ ਬਿਲਕੁਲ ਪਜ਼ਲ ਕਰਕੇ ਰੱਖ ਦਿੱਤਾ ਸੀਗਾ, ਬਿਕਾਜ਼ ਜਦੋਂ ਉਹਨਾਂ ਨੇ ਜੈਨੋਸਾਈਡ ਵਰਡ ਦੀ ਵਰਤੋਂ ਕੀਤੀ। ਇਸ ਲਈ ਕਹਿੰਦੇ ਕਿ ਸ਼ਬਦਾਂ ਦਾ ਜੋ ਇਸਤੇਮਾਲ ਆ, ਸ਼ਬਦਾਂ ਦੀ ਜੋ ਚੋਣ ਆ, ਬਹੁਤ ਧਿਆਨ ਨਾਲ ਕਰਨੀ ਚਾਹੀਦੀ ਆ। ਸੋਚ ਸਮਝ ਕੇ ਬੋਲੋ ਕਹਿੰਦੇ ਹੁੰਦੇ ਆ। ਪਹਿਲਾਂ ਬੋਲੋ, ਪਹਿਲਾਂ ਤੋਲੋ, ਫਿਰ ਬੋਲੋ। ਐਗਜ਼ੈਕਟਲੀ। ਤੇ ਅਸੀਂ ਕਹਿੰਦੇ ਕਿ ਉਹਨਾਂ ਨੇ ਵਾਈਟ ਹਾਊਸ ਨੂੰ ਵੀ ਪਜ਼ਲ ਕਰ ਦਿੱਤਾ। ਸਾਰਾ ਸਟੇਟ ਡਿਪਾਰਟਮੈਂਟ ਬਾਅਦ ਦੇ ਵਿੱਚ ਨੱਠਾ ਭੱਜਾ ਫਿਰਦਾ ਕਿ ਇਹਨਾਂ ਨੇ ਤਾਂ ਗੱਲ ਕਹਿਤੀ ਹੈ, ਜਿਹੜੀ ਉਹਨਾਂ ਨੂੰ ਸਪੀਚ ਲਿਖ ਕੇ ਦਿੱਤੀ ਸੀ ਨਾ, ਉਹਦੇ ਵਿੱਚ ਸ਼ਬਦ ਇਹ ਹੈ ਨਹੀਂ ਸੀ।
ਹਾਂਜੀ ਅਖੀਰ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਦੋ ਸ਼ਬਦ ਬੋਲੇ ਉਹਨਾਂ ਦੇ ਵਿੱਚ ਜੈਨੋਸਾਈਡ ਕਹਿਤਾ। ਹੁਣ ਬਾਕੀ ਦੇ ਜਿਹੜੇ ਅਫੀਸ਼ੀਅਲ ਕੰਮ ਕਰਦੇ ਆ ਮਾਮਲਾ ਤਾਂ ਉਹਨਾਂ ਨੂੰ ਨਜਿੱਠਣਾ ਪੈਣਾ ਨਾ। ਜੀ ਜਿਹੜਾ ਬਿਲਕੁਲ ਸਬੂਤ ਪੇਸ਼ ਕਰਨਾ ਸਿਕਿਉਰਿਟੀ ਕਾਉਂਸਲ ਦੇ ਅੱਗੇ, ਵਰਲਡ ਕੋਰਟ ਦੇ ਅੱਗੇ, ਉਹ ਤਾਂ ਅਫੀਸ਼ੀਅਲਸ ਨੂੰ ਕਰਨਾ ਪੈਂਦਾ। ਜੋ ਬਾਈਡਨ ਨੇ ਤਾਂ ਕੁਝ ਨਹੀਂ ਕਰਨਾ। ਸੋ ਉਹ ਫਿਰ ਪਰੇਸ਼ਾਨ ਸੀ। NBC ਨੇ ਰਿਪੋਰਟ ਵੀ ਕੀਤੀ। ਕੁਝ ਬੰਦੇ ਜਿਹੜੇ ਪਬਲਿਕਲੀ ਨਹੀਂ ਕੁਝ ਕਹਿਣਾ ਚਾਹੁੰਦੇ ਉਹ ਸੀਕਰਟਲੀ ਗੱਲ ਕਰਦੇ ਰਿਪੋਰਟਰਸ ਨਾਲ ਕਿ ਅਸੀਂ ਪਰੇਸ਼ਾਨ ਆ ਕਿ ਇਹਨਾਂ ਨੇ ਗੱਲ ਕਹਿ ਕਿੱਦਾਂ ਦਿੱਤੀ, ਉਹਦਾ ਐਵੀਡੈਂਸ ਕੀ ਆ ਤੁਹਾਡੇ ਕੋਲ। ਹੁਣ ਇਹਨਾਂ ਦੇ ਕੋਲ ਕੀ ਐਵੀਡੈਂਸ ਆ? ਠੀਕ ਹੈ, ਪੋਲੀਟੀਕਲ ਸਟੇਟਮੈਂਟ ਦੇਤੀ ਤੁਸੀਂ ਔਰ ਸ਼ਬਦ ਯੂਜ਼ ਕਰ ਲਿਆ, ਉਹਨੂੰ ਪ੍ਰੂਵ ਕਰੋ। ਇਹਦਾ ਮਤਲਬ ਪੋਲੀਟੀਕਲੀ ਚਾਰਜ ਤੁਸੀਂ ਕਰ ਦਿੱਤਾ, ਕੱਲ ਨੂੰ ਕਿਸੇ ਹੋਰ ਦੇਸ਼ ਤੇ ਵੀ ਕਰ ਦੋਗੇ ਜੀ। ਜੇ ਇਹ ਨਹੀਂ ਕਰਦੇ ਕਿਸੇ ਦੇ ਖਿਲਾਫ ਤਾਂ ਪੋਲੀਟੀਕਲ ਪ੍ਰੈਸ਼ਰ ਦਾ ਕਰਕੇ ਹੀ ਨਹੀਂ ਕਰਦੇ। ਜੇ ਇਹਨਾਂ ਨੂੰ ਪੋਲੀਟੀਕਲ ਐਕਸਪੀਡੀਐਂਸੀ ਹੈਗੀ ਆ ਫੇਰ ਇਹ ਕਰਨਗੇ। ਜਿਹੜੇ ਉਦਾਂ ਹੀ ਸ਼ਬਦ ਸਿੱਟੀ ਜਾਂਦੇ ਖੱਬੇ ਸੱਜੇ, ਉਹ ਉਹੀ ਗੱਲ ਹੋ ਜਾਣੀ ਹੈ ਹੌਲੀ ਹੌਲੀ ਕਿ ਜੇ ਤੁਸੀਂ, ਉਹ ਕਹਿੰਦੇ ਕਿ ਜਿਹੜਾ ਭੇੜੀਆ ਸੀ ਕੋਈ ਬੰਦਾ ਜਿਹੜਾ ਕਹੀ ਜਾਂਦਾ ਸੀ ਮੁੜ ਮੁੜ ਕੇ ਬਘਿਆੜ ਆ ਗਿਆ। ਹਾਂਜੀ ਹਾਂਜੀ, ਇਹ ਉਦਾਂ ਦੀ ਗੱਲ ਹੋ ਜਾਣੀ। ਸੱਚੀ ਆ ਗਿਆ ਕਿਸੇ ਦਿਨ ਤਾਂ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਕੈਨੇਡਾ ਵਾਲੇ ਤਾਂ ਹਮੇਸ਼ਾ ਹੀ ਇਦਾਂ ਕਹਿੰਦੇ ਹੁੰਦੇ। ਹਾਂਜੀ ਬਿਲਕੁਲ ਡਾਕਟਰ ਸਾਹਿਬ। ਸੋ ਉਹ ਤੇ ਸਮਝ ਨਾਲ ਬੋਲਣਾ ਚਾਹੀਦਾ ਇਹਨਾਂ ਨੂੰ। ਪਹਿਲਾਂ ਤੋਲੋ ਫਿਰ ਬੋਲੋ। ਇਹਨਾਂ ਦਾ ਕੰਮ ਹੈ ਪਹਿਲਾਂ ਤੋਲੋ, ਪਹਿਲਾਂ ਬੋਲੋ, ਤੋਲੋ ਕਦੇ ਨਾ। ਇਹ ਉਲਟਾ ਚੱਲਦੇ ਆ ਜੀ। ਡਾਕਟਰ ਸਾਹਿਬ ਰੁਕ ਕਰਦੇ ਆ ਜੀ ਅਗਲੀ ਖਬਰ ਵੱਲ। ਇੱਕ ਸਟੱਡੀ ਆਈ ਹੈ ਕਿ ਹੈਲਥ ਕੇਅਰ ਵਿੱਚ ਜੋ ਵਾਸ਼ਿੰਗਟਨ ਸਟੇਟ ਆ ਉਹਦਾ ਰੈਂਕ 7th ਆ ਤੇ ਵਰਲਡ ਵਾਈਡ US ਦਾ ਜੋ ਹੈਲਥ ਕੇਅਰ ਦਾ ਰੈਂਕ ਹੈਗਾ ਦੁਨੀਆ ਭਰ ਦੇ ਵਿੱਚ 24ਵੇਂ ਨੰਬਰ ਤੇ ਆ। ਇਸ ਰਿਪੋਰਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਹੈਲਥ ਕੇਅਰ ਦੀਆਂ ਗੱਲਾਂ ਅਸੀਂ ਹਮੇਸ਼ਾ ਕਰਦੇ ਰਹਿੰਦੇ ਆ। ਹੈਲਥ ਕੇਅਰ ਦੇ ਵਿੱਚ ਕੈਨੇਡਾ ਦੇ ਵਿੱਚ ਤੁਸੀਂ ਇੱਕ ਗੱਲ ਦਾ ਰੌਲਾ ਸੁਣੋਗੇ ਕਿ ਸਾਡਾ ਸਭ ਤੋਂ ਵਧੀਆ ਸਿਸਟਮ ਹੈ। ਹਾਂਜੀ, ਕਿਹਾ ਤਾਂ ਇਹੀ ਜਾਂਦਾ। ਜੇ ਤੁਸੀਂ ਕੰਪੈਰੀਜ਼ਨ ਦੁਨੀਆ ਦੇ ਦੇਖਦੇ ਜਿਹੜੀਆਂ ਸਟੱਡੀਜ਼ ਕਰਦੀਆਂ ਇੰਸਟੀਚਿਊਟਸ ਕਰਦੀਆਂ ਨੇ ਤੇ ਕੈਨੇਡਾ ਦਾ ਨੰਬਰ ਇਹਦੇ ਵਿੱਚ 26ਵਾਂ, 24ਵੇਂ ਨੰਬਰ ਤੇ US ਆ। ਸਭ ਤੋਂ ਟੌਪ ਤੇ ਫਰਾਂਸ ਤੇ ਜਰਮਨੀ ਸੀ। ਹਾਂਜੀ, ਉਹਨਾਂ ਦਾ ਸਿਸਟਮ ਵਾਕਿਆ ਵਧੀਆ। ਉਹ ਦਵਾਈਆਂ ਵੀ ਦਿੰਦੇ ਨੇ ਲੋਕਾਂ ਨੂੰ, ਮਤਲਬ ਸਾਨੂੰ ਤਾਂ ਦਵਾਈਆਂ ਖਰੀਦਣੀਆਂ ਪੈਂਦੀਆਂ। ਹਾਂਜੀ, ਸਿਐਟਲ ਵਾਲਿਆਂ ਨੂੰ ਸ਼ੁਕਰ ਕਰਨਾ ਚਾਹੀਦਾ ਕਿ ਖਾਸ ਤੌਰ ਤੇ ਵਾਸ਼ਿੰਗਟਨ ਸਟੇਟ ਦੇ ਉੱਪਰਲੀਆਂ ਨੰਬਰਾਂ ਦੇ ਵਿੱਚ ਆਇਆ। ਇਹਨਾਂ ਦਾ ਸਿਸਟਮ ਵਧੀਆ ਹੈ ਸਿਸਟਮ। ਹੁਣ ਉਹਦੇ ਵਿੱਚ ਕੀ ਕੀ ਗੱਲਾਂ ਦੇਖਦੇ ਆ? ਇੱਕ ਤਾਂ ਡਾਕਟਰ ਅਵੇਲੇਬਲ ਹੈ, ਡਾਕਟਰ ਦੀ ਪਰ 1000 ਕਿੰਨੀ ਪਾਪੂਲੇਸ਼ਨ ਹੈ। ਫਿਰ ਉਹ ਦੇਖਦੇ ਹਸਪੀਟਲ ਬੈੱਡ ਕਿੰਨੇ ਚਾਹੀਦੇ ਆ। ਉਹਦੇ ਹਿਸਾਬ ਦੇ ਨਾਲ ਸਰੀ ਵਾਲਿਆਂ ਦਾ ਕੰਪੈਰੀਜ਼ਨ ਜੇ ਕੀਤਾ ਜਾਵੇ ਤਾਂ ਫਿਰੋਜ਼ਪੁਰ ਨਾਲ ਸ਼ਾਇਦ ਹੋ ਸਕਦਾ। ਇੱਥੇ ਤਾਂ ਬਹੁਤ ਬੁਰਾ ਹਾਲ ਹੈ ਡਾਕਟਰ ਸਾਹਿਬ। ਇੱਥੇ ਇਹਨਾਂ ਦੇ ਸਭ ਤੋਂ ਪਹਿਲਾਂ ਤਾਂ ਹਸਪੀਟਲ ਬੈੱਡ ਹੈ ਹੀ ਨਹੀਂ ਹੈ। ਹਾਲਵੇ 'ਚ ਪੇਸ਼ੈਂਟ ਹੁੰਦੇ ਆ ਜੀ। ਹਾਲਵੇ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਮੈਂ ਉੱਥੇ ਗਿਆ, ਮੈਨੂੰ ਹਾਲਵੇ ਦੇ ਵਿੱਚ 6 ਘੰਟੇ ਬਿਠਾਇਆ। 9 ਵਜੇ ਤੋਂ ਤਕਰੀਬਨ 3 ਵਜੇ ਆਪ ਉੱਠ ਕੇ ਆ ਗਿਆ ਮੈਂ। ਤੇ ਮੈਂ ਸਟ੍ਰੋਕ ਪੇਸ਼ੈਂਟ ਸੀ। ਇੰਨੀ ਸੀਰੀਅਸ ਕੰਡੀਸ਼ਨ ਦੇ ਵਿੱਚ ਤੇ ਉਸ ਵੇਲੇ ਹਾਲੇ ਮੈਨੂੰ ਛੋਟਾ ਜਿਹਾ ਹੋਇਆ ਸੀ। ਸੋ ਇਸ ਕਰਕੇ ਮੈਂ ਤੁਰ ਕੇ ਆ ਗਿਆ ਉੱਥੋਂ। ਤੇ ਜਿਹੜੀ ਰਿਪੋਰਟ ਲਿਖੀ ਇਹਨਾਂ ਨੇ ਬਾਅਦ ਦੇ ਵਿੱਚ, ਉਸ ਜਿਹੜਾ ਡਾਕਟਰ ਇੰਚਾਰਜ ਸੀ ਉਹਨੇ ਉਸ ਰਿਪੋਰਟ ਤੇ ਲਿਖਿਆ ਕਿ ਇਹ ਪੇਸ਼ੈਂਟ ਆਪੇ ਹੀ ਚਲ ਗਿਆ ਇੱਥੋਂ, ਇਹ ਆਪਣੀ ਮਰਜ਼ੀ ਨਾਲ ਚਲ ਗਿਆ ਇੱਥੋਂ। ਤੁਹਾਨੂੰ ਅਟੈਂਡ ਕਿਸੇ ਨੇ ਕੀਤਾ ਨਹੀਂ? ਮੈਂ ਉੱਥੇ ਬੈਠਾ ਰਿਹਾ, ਸਾਰੇ ਦੇਖਦੇ ਸੀ, ਮੈਂ ਸਾਰਿਆਂ ਨੂੰ ਦੇਖਦਾ ਸੀ। ਉੱਥੇ ਤੁਰੇ ਫਿਰਦੇ ਜਿੰਨੇ ਬੰਦੇ ਸੀ ਮੈਂ ਦੇਖਦਾ ਸੀ ਉਹਨਾਂ ਨੂੰ। ਐਕਚੁਅਲੀ ਉਹਨਾਂ ਦੀ ਨਰਸ ਨੇ ਮੈਨੂੰ ਲਿਆ ਕੇ ਰੋਟੀ ਵੀ ਖਿਲਾਈ। ਆਪਣੀ ਜਿਹੜੀ ਰੋਟੀ ਲੈ ਕੇ ਆਈ ਸੀ, ਕਹਿੰਦੀ ਮੇਰੇ ਤੋਂ ਥੋੜ੍ਹੀ ਜਿਹੀ ਵਾਧੂ ਪਈ ਆ। ਮੈਂ ਕਿਹਾ ਚਲੋ ਮੈਨੂੰ ਕੁਛ ਨਾ ਕੁਛ ਖਾਣ ਨੂੰ ਤਾਂ ਮਿਲਿਆ ਨਾ ਇੱਥੇ। ਫਿਰ ਉੱਥੇ ਮੈਂ ਦੂਸਰੀ ਵਾਰ ਜਦੋਂ ਗਿਆ ਤੇ ਉਸੇ ਜਗ੍ਹਾ ਤੇ ਇੱਕ ਡਾਕਟਰ ਹੋਰ ਸੀ ਜਿਹੜੀ ਇੰਚਾਰਜ ਨਹੀਂ ਸੀ ਉਸ ਦੀ, ਪਰ ਉਹ ਉੱਥੇ ਅਟੈਂਡਿੰਗ ਡਾਕਟਰ ਸੀ ਉਸ ਵੇਲੇ। ਹਾਂਜੀ। ਤੇ ਮੈਂ ਉਹ ਜਦੋਂ ਮੇਰੇ ਨਾਲ ਗੱਲਾਂ ਕਰਨ ਲੱਗੀ ਤਾਂ ਮੈਂ ਕਿਹਾ ਤੈਨੂੰ ਯਾਦ ਹੈ, ਮੈਨੂੰ ਮੇਰੀ ਯਾਦਾਸ਼ਤ ਤੇਜ਼ ਆ, ਮੈਨੂੰ ਤੇਰਾ ਨਾਂ ਨਹੀਂ ਪਤਾ ਪਰ ਮੈਂ ਤੈਨੂੰ ਦੇਖਿਆ ਇੱਥੇ ਹੀ ਦੇਖਿਆ। ਕਹਿੰਦੀ ਮੈਨੂੰ ਵੀ ਯਾਦ ਹੈ, ਤੂੰ ਆਪਣੇ ਆਪ ਹੀ ਸਾਈਨ ਕਰਕੇ ਚਲ ਗਿਆ ਸੀ। ਮੈਂ ਕਿਹਾ ਤੁਸੀਂ ਕਦੇ ਰਿਪੋਰਟ ਦੇ ਵਿੱਚ ਇਹ ਲਿਖਿਆ
ਵੀ ਆਪਣੇ ਆਪ ਸਾਈਨ ਕਰਕੇ ਕਿਉਂ ਗਿਆ ਜੀ। ਉਹ ਕਹਿੰਦੀ ਫਿਕਰ ਨਾ ਕਰ, ਮੈਂ ਹੁਣ ਰਿਪੋਰਟ ਲਿਖਣੀ ਆ ਤੇ ਉਹਦੇ ਵਿੱਚ ਤੇਰੇ ਲਿਖੂੰਗੀ ਵੀ ਇਹ ਪਹਿਲੀ ਵਾਰੀ ਅਸੀਂ ਇੱਥੇ ਆਇਆ ਤੇ 6 ਘੰਟੇ ਬਿਠਾ ਕੇ ਅਸੀਂ ਤੋਰ ਦਿੱਤਾ। ਫਿਰ ਉਹਨੇ ਦੁਬਾਰਾ ਜਦੋਂ ਮੇਰੀ ਰਿਪੋਰਟ ਆਈ ਨਾ, ਜਿਹੜੀ ਉਸ ਡਾਕਟਰ ਨੇ ਲਿਖੀ ਸੀ, ਹਾਂਜੀ, ਉਹਨੇ ਲਿਖਿਆ ਵੀ ਇਹ ਪਹਿਲਾਂ ਇੱਕ ਵਾਰੀ ਇੰਨੀ ਜੁਲਾਈ ਨੂੰ ਇੱਥੇ ਆਇਆ ਸੀ, ਉਦੋਂ ਸਾਡੇ ਕੋਲ ਬੈੱਡ ਨਹੀਂ ਸੀ ਤਾਂ ਉਹਦੇ ਉਸ ਵੇਲੇ ਅਸੀਂ ਇਹਨੂੰ ਇੱਥੇ ਲੌਬੀ 'ਚ ਬਿਠਾਈ ਰੱਖਿਆ। ਮੈਂ ਕਿਹਾ ਚੱਲ ਮੈਂ ਇੰਨੀ ਤੇਰੀ ਦਾਤ ਦਿੰਦਾ ਹੁਣ ਕਿ ਤੇਰੀ ਹਿੰਮਤ ਤਾਂ ਹੈ ਨਾ, ਤੁਸੀਂ ਇੱਥੇ ਡਾਕਟਰ ਦੇ ਕੋਲ ਜਾਂਦੇ ਆ, ਇਹਨਾਂ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ। ਹਾਂਜੀ, ਮਤਲਬ ਜਿਹੜੀ ਠੀਕ ਗੱਲ ਆ ਤੁਸੀਂ ਉਹ ਤਾਂ ਕਹੋ। ਇੰਸ਼ੋਰੈਂਸ ਕੰਪਨੀ ਨਾਲ ਜੇ ਉਹਨਾਂ ਨੇ ਕਹਿਤਾ ਨਾ ਕੋਈ ਆਬਜੈਕਸ਼ਨ ਲਾਤਾ, ਤੁਸੀਂ ਕਹੋ ਕਿ ਤੁਸੀਂ ਲੈਟਰ ਤਾਂ ਸਾਡਾ ਲਿਖ ਦੇ, ਇਹ ਲੈਟਰ ਲਿਖਣ ਲਈ ਤਿਆਰ ਨਹੀਂ ਹੈ। ਮਤਲਬ ਕੋਈ ਬੰਦਾ, ਇੱਕ ਡਾਕਟਰ ਸੀ ਉੱਥੇ ਸਿਰਫ ਲੱਭੀ, ਜਿਹੜੀ ਐਕਚੁਅਲੀ ਰੀੜ੍ਹ ਦੀ ਹੱਡੀ ਸੀ ਜਿਹਦੇ ਵਿੱਚ, ਜਿਹਨੇ ਇਹ ਕਿਹਾ ਕਿ ਮੈਂ ਵਾਕਿਆ ਹੀ ਕਹੂੰਗੀ ਕਿ ਤੈਨੂੰ ਇਹਨਾਂ ਦੇ ਕੋਲ ਬੈੱਡ ਹੈ ਨਹੀਂ ਸੀ। ਫਿਰ ਅੱਛਾ, ਜਿਹਦੇ ਕੋਲ ਬੈੱਡ ਨਹੀਂ, ਮੈਂ ਬੈਠਾ ਆ ਉੱਥੇ, ਤੁਸੀਂ ਲੌਬੀ 'ਚ ਬੈਠੇ ਆ, ਤੁਹਾਨੂੰ ਵਾਸ਼ਰੂਮ ਜਾਣ ਦੀ ਲੋੜ ਪੈਂਦੀ ਹੈ ਜੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵਾਸ਼ਰੂਮ ਇੱਥੇ ਹੈਗਾ ਤੁਹਾਡੇ? ਉਹ ਕਹਿੰਦੇ ਨਹੀਂ, ਉਹ ਤਾਂ ਅਸੀਂ ਯੂਜ਼ ਕਰਦੇ ਤਾਂ ਸਾਡੀਆਂ ਨਰਸਾਂ ਯੂਜ਼ ਕਰਦੀਆਂ। ਤੈਨੂੰ ਇੱਕ ਕੋਈ ਪੇਸ਼ੈਂਟ ਸੀ, ਟਰੱਕਰ ਜਿਹਾ ਜਾਂ ਬਾਈਕਰ ਜਿਹਾ ਲੱਗਦਾ ਸੀ ਉਹ ਮੈਨੂੰ, ਤੇ ਉਹਦੇ ਕਮਰੇ ਦੇ ਵਿੱਚ ਜਿਹੜਾ ਵਾਸ਼ਰੂਮ ਯੂਜ਼ ਕਰ ਲਾਂ, ਉਹ ਮੈਂ ਜਦੋਂ ਵੀ ਉਹਦੇ ਕਮਰੇ ਦੇ ਵਿੱਚ ਜਾਇਆ ਕਰਾਂ ਉਹ ਘੂਰ ਕੇ ਦੇਖੇ। ਮੈਂ ਕਿਹਾ ਸ਼ੁਕਰ ਹੈ ਬਿਮਾਰ ਆ, ਨਹੀਂ ਤਾਂ ਇਹਨੇ ਮੇਰੇ ਸਿਰ 'ਚ ਮਾਰਨਾ ਸੀ ਕੁਛ। ਤੇ ਮੈਂ ਉਹਨੂੰ ਡਾਕਟਰ ਨੂੰ ਦੱਸਿਆ, ਮੈਂ ਕਿਹਾ ਮੇਰੇ ਨਾਲ ਇਹ ਕੁਛ ਹੋਇਆ ਇੱਥੇ ਤਾਂ ਮੈਨੂੰ ਇੱਥੋਂ ਭੇਜਿਆ ਗਿਆ। ਉਹ ਡਾਕਟਰ ਨੇ ਐਕਚੁਅਲੀ ਲਿਖਿਆ ਫਿਰ ਰਿਪੋਰਟ ਦੇ ਵਿੱਚ। ਮਤਲਬ ਜੇ ਤੁਹਾਡੇ ਇੰਨੇ ਸਟੈਂਡਰਡ ਥੱਲੇ ਚੱਲ ਗਏ ਆ ਤਾਂ ਮੈਂ ਹੈਰਾਨ ਆ। ਮੈਨੂੰ ਪੁੱਛੋ ਨਾ, 26ਵੇਂ ਨੰਬਰ ਤੇ ਹੋਣਾ ਹੀ ਨਹੀਂ ਚਾਹੀਦਾ, 126ਵੇਂ ਨੰਬਰ ਤੇ ਹੋਣਾ ਚਾਹੀਦਾ। ਵੈਸੇ ਡਾਕਟਰ ਸਾਹਿਬ, ਪੈਂਡੈਮਿਕ ਦੇ ਦੌਰਾਨ ਕੈਨੇਡੀਅਨਸ ਨੇ ਵੀ ਮਹਿਸੂਸ ਕੀਤਾ ਕਿ ਜਿਹੜੇ ਕੈਨੇਡਾ ਦੇ ਹੈਲਥ ਕੇਅਰ ਸਿਸਟਮ ਨੂੰ ਉਹ ਬਹੁਤ ਪ੍ਰੇਜ਼ ਕਰਦੇ ਨਹੀਂ ਥੱਕਦੇ ਸੀ, ਇਹੋ ਜੀ ਕੋਈ ਗੱਲ ਨਹੀਂ ਹੈਗੀ। ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ, ਬਹੁਤ ਸਾਰੀਆਂ ਖਾਮੀਆਂ ਨੇ, ਜਿਨ੍ਹਾਂ ਤੇ ਕੰਮ ਹੋਣਾ ਚਾਹੀਦਾ। ਦੇਖੋ, ਜੇ ਪਾਰਲੀਮੈਂਟ 'ਚ ਝੂਠ ਬੋਲ ਸਕਦੇ ਆ ਕਿ ਜੈਨੋਸਾਈਡ ਉਹਨਾਂ ਨੇ ਕੀਤੀ, ਆਹ ਕੀਤਾ, ਕ੍ਰਾਈਮਸ ਅਗੇਂਸਟ ਹਿਊਮੈਨਿਟੀ ਦੇ ਚਾਰਜ ਲਾ ਸਕਦੇ ਆਪਣੇ ਪ੍ਰੀਮੀਅਰ ਦੇ, ਹਾਂਜੀ, ਪਤਾ ਨਹੀਂ ਕਿੰਨਾ ਝੂਠ ਬੋਲਦੇ ਆ। ਉਹ ਤੋਂ ਬਾਅਦ ਮਾਫੀ ਵੀ ਨਹੀਂ ਮੰਗੀ ਸੀ। ਵੈਸੇ ਕੋਈ ਨਹੀਂ ਮਾਫੀ ਮੰਗੀ, ਵੈਸੇ ਮਾਫੀਆਂ ਇਹਨਾਂ ਨੇ ਜੇਬਾਂ 'ਚ ਪਾਈਆਂ। ਜਿੱਥੇ ਤਾਂ ਮੰਗਣੀ ਚਾਹੀਦੀ ਆ ਉੱਥੇ ਚੁੱਪ ਕਰ ਜਾਂਦੇ ਆ। ਲੋੜ ਪਵੇ ਤੇ ਕਹਿੰਦੇ ਹੁੰਦੇ ਆ, ਗਧੇ ਨੂੰ ਵੀ ਬਾਪ ਕਹਿ ਦਿੰਦੇ ਆ ਜੀ। ਉਹ ਲੋੜ ਪੈਂਦੀ ਆ ਤਾਂ ਮਾਫੀ ਕੱਢ ਲੈਂਦੇ ਆ, ਵੈਸੇ ਨਹੀਂ ਕੱਢਦੇ ਜੀ। ਬਿਲਕੁਲ ਡਾਕਟਰ ਸਾਹਿਬ, ਰੁਕ ਕਰਦੇ ਆ ਜੀ ਹੁਣ ਅਗਲੀ ਖਬਰ ਵੱਲ। ਵੈਸੇ ਨਾ ਕਹਿੰਦੇ ਹੁੰਦੇ ਆ ਵੀ 2 ਕਦਮ ਅੱਗੇ ਤੇ 1 ਕਦਮ ਪਿੱਛੇ, ਤੁਸੀਂ ਸੁਣਿਆ ਹੋਣਾ ਹੈ ਨਾ, ਇਹ ਜਿਹੜੀ ਕਹਾਵਤ ਹੈਗੀ ਆ ਜੀ। ਯੂਰਪੀਅਨ ਯੂਨੀਅਨ ਦੇਖੋ, ਇੱਕ ਸਾਈਡ ਤੇ ਤਾਂ ਉਹ ਕਹਿ ਰਿਹਾ ਕਿ ਜਿਹੜੀਆਂ ਰੂਸ ਤੇ ਪਾਬੰਦੀਆਂ ਲਾਈਆਂ ਨੇ, ਸੈਂਕਸ਼ਨਸ ਜਿਹੜੀਆਂ ਲਾਈਆਂ ਨੇ, ਉਹ ਕਿਸੇ ਕੰਮ ਦੀਆਂ ਨਹੀਂ, ਉਹਦਾ ਕੋਈ ਅਸਰ ਨਹੀਂ ਹੈਗਾ, ਮਤਲਬ ਕੋਈ ਮਤਲਬ ਹੀ ਨਹੀਂ ਬਣਦਾ। ਤੇ ਦੂਸਰੇ ਪਾਸੇ ਯੂਰਪੀਅਨ ਯੂਨੀਅਨ ਉਹਨਾਂ ਦੇਸ਼ਾਂ ਦੁਆਰਾ ਰਸ਼ੀਅਨ ਜਿਹੜੇ ਹੈਗੇ ਆ ਨੈਚੁਰਲ ਗੈਸ ਦੀ ਖਰੀਦ ਵਧਾਉਣ ਦੀ ਯੋਜਨਾ ਬਣਾ ਰਿਹਾ, ਜੋ ਰੂਬਲ ਵਿੱਚ ਪੇ ਕਰਨ ਨੂੰ ਤਿਆਰ ਆ। ਦੇਖੋ, ਉਹਨਾਂ ਨੇ ਅੱਗੇ ਵੀ ਅਸੀਂ ਇਹੀ ਗੱਲ ਕਰਦੇ ਆਂ ਕਿ ਸੈਂਕਸ਼ਨਸ ਦਾ ਮਤਲਬ ਇਹ ਹੀ ਆ, ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਚਾਹੀਦੀ ਉਹ ਤੇ ਸੈਂਕਸ਼ਨ ਲਾ ਦਿਓ। ਹਾਂਜੀ, ਤੁਹਾਡੇ ਤੋਂ ਕੋਈ ਚੀਜ਼ ਹੈਗੀ ਆ, ਉਹ ਤੇ ਸੈਂਕਸ਼ਨ ਲਾ ਦਿਓ। ਜਿਹੜੀ ਚੀਜ਼ ਚਾਹੀਦੀ ਆ ਉਹ ਤੇ ਸੈਂਕਸ਼ਨ ਕੋਈ ਨਹੀਂ। ਇਸੇ ਕਰਕੇ ਉਹ ਕਹਿੰਦੇ ਕਿ ਪੋਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਹੋਣਾ ਹੀ, ਹਾਂਜੀ, ਉਹ ਕਹਿੰਦੇ ਕਿ ਉਹ ਸੈਂਕਸ਼ਨ ਕੋਈ ਕੰਮ ਨਹੀਂ ਕਰਦੇ ਜੀ। ਕੱਲ ਹੀ ਉਹਨਾਂ ਦੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ, ਹਾਂਜੀ। ਉਹਨਾਂ ਨੂੰ ਪੁੱਛਿਆ ਗਿਆ ਸਵਾਲ ਕਿ ਉਹਨਾਂ ਨੇ ਆਪ ਹੀ ਉਹਨਾਂ ਨੇ ਗੈਸ ਬੰਦ ਕਰਤਾ। ਰਸ਼ੀਆ ਵਾਲੇ ਨੇ ਖੁਦ ਹੀ ਸਮਝ ਲਓ ਸੈਂਕਸ਼ਨ ਲਾ ਲਿਆ ਆਪਣੇ ਆਪ ਤੇ। ਉਹਨਾਂ ਨੇ ਪੋਲੈਂਡ ਦਾ ਤਾਂ ਬਲਗੇਰੀਆ ਦਾ ਗੈਸ ਟੈਪ ਬੰਦ ਕਰਤਾ, ਹਾਂਜੀ। ਹੁਣ ਪੋਲੈਂਡ ਤੇ ਬਲਗੇਰੀਆ ਨੱਠੇ ਭੱਡੇ ਫਿਰਦੇ ਆ। ਲਾਉਣੇ ਤਾਂ ਸੈਂਕਸ਼ਨ ਚਾਹੀਦੇ ਸੀ, ਜਿਹੜਾ ਰੌਲਾ ਪਾ ਰਹੇ ਹੋ, ਹਾਂਜੀ, ਕਿ ਇਹਨਾਂ ਤੋਂ ਕੋਈ ਚੀਜ਼ ਖਰੀਦਣੀ ਨਹੀਂ। ਹੁਣ ਸਾਨੂੰ ਇੱਥੇ ਕੋਈ ਮਠਿਆਈ ਵਾਲੀ ਸ਼ਾਪ ਕਹਿਣ ਵੀ ਰੇਡੀਓ ਇੰਡੀਆ ਵਾਲਿਆਂ ਨੂੰ ਲੱਡੂ ਨਾ ਦਿਆ ਕਰੋ। ਤੇ ਫਿਰ ਇੱਕ ਨਾਲ ਹੀ ਜਿਹੜੀ ਇਹ ਮੀਟਿੰਗ ਕੀਤੀ ਆ, ਉਹ ਇਹ ਆ, ਬਰਸਲਸ ਦੇ ਵਿੱਚ ਕੱਲ ਮੀਟਿੰਗ ਕੀਤੀ ਇਹਨਾਂ ਨੇ, ਹਾਂਜੀ, ਬੈਲਜੀਅਮ ਦੀ ਰਾਜਧਾਨੀ ਜਿਹੜੀ, ਉਹਦੇ ਵਿੱਚ ਯੂਰਪੀਅਨ ਯੂਨੀਅਨ ਵਾਲੇ ਕਹਿੰਦੇ ਆ ਕਿ ਹੁਣ ਪੋਲੈਂਡ ਤੇ ਬਲਗੇਰੀਆ ਨੂੰ
ਗੈਸ ਕੱਟ ਕਰਤਾ ਉਹਨਾਂ ਨੇ। ਇਹਦਾ ਸੋਲੂਸ਼ਨ ਇੱਕ ਆ ਕਿ ਉਹਨਾਂ ਤੋਂ ਹੋਰ ਵੱਧ ਖਰੀਦਿਆ ਜਾਵੇ, ਤਾਂ ਉਸ ਗੈਸ ਦੇ ਵਿੱਚੋਂ ਅਸੀਂ ਪੋਲੈਂਡ ਨੂੰ ਵੀ ਦੇ ਦੇਵਾਂਗੇ ਤੇ ਬਲਗੇਰੀਆ ਨੂੰ ਵੀ ਦੇ ਦੇਵਾਂਗੇ। ਮਤਲਬ ਦੇਖੋ ਉਲਟਾ ਅਸਰ ਹੋ ਰਿਹਾ ਇਹਨਾਂ ਸੈਂਕਸ਼ਨ ਦਾ। ਹਾਂਜੀ, ਮਤਲਬ ਅੱਗੇ ਜੇ ਅਸੀਂ 10,000 ਕੋਈ ਚੀਜ਼ ਖਰੀਦਦੇ, ਹੁਣ 12 ਖਰੀਦ ਕੇ ਦਿਖਾ ਲਾਂਗੇ ਇਹਨਾਂ ਨੂੰ। ਮਤਲਬ ਇਹਨਾਂ ਨੂੰ ਸਬਕ ਸਿਖਾਲਦੇ ਆ ਜ਼ਿਆਦਾ ਖਰੀਦ ਕੇ। ਸਾਨੂੰ ਹੁਣ ਇਹ ਉਹੀ ਲੱਡੂਆਂ ਵਾਲੀ ਐਗਜ਼ਾਮਪਲ ਲੈ ਲੈਂਦੇ ਵੀ ਫਿਰ ਬਾਅਦ ਦੇ ਵਿੱਚ ਇੱਥੇ ਮੀਟਿੰਗ ਕੀਤੀ ਜਾਵੇ ਹਾਲ ਦੇ ਵਿੱਚ, ਸਾਰੇ ਹੀ ਯਾਰਕ ਸੈਂਟਰ ਵਾਲੇ ਇਕੱਠੇ ਹੋਣ, ਵੀ ਪਹਿਲਾਂ ਉਹ ਲੱਡੂ ਪਹਿਲਾਂ ਤਾਂ ਉਹਨਾਂ ਦੇ ਸੈਂਕਸ਼ਨ ਲਾਏ ਜਾਣ, ਫਿਰ ਲੱਡੂ ਜ਼ਿਆਦਾ ਖਰੀਦੇ ਜਾਣ ਉਹਨਾਂ ਦੀ ਦੁਕਾਨ ਤੋਂ। ਉਹ ਲੱਡੂ ਫਿਰ ਅਸੀਂ ਥੋੜ੍ਹੇ ਜਿਹੇ ਰੇਡੀਓ ਇੰਡੀਆ ਨੂੰ ਛੱਡ ਕੇ ਆਵਾਂਗੇ। ਇਹ ਸੈਂਕਸ਼ਨ ਹੈ ਇਹਨਾਂ ਦੀ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਐਗਜ਼ਾਮਪਲ ਦੇ ਨਾਲ ਸਮਝਾਇਆ। ਚੱਲਦਾ ਇਹ ਕੰਮ ਦਾ। ਦੇਖੋ 2 ਸਟੈਪ ਤੁਸੀਂ ਠੀਕ ਕਿਹਾ ਵੀ 2 ਕਦਮ ਅੱਗੇ 1 ਕਦਮ ਪਿੱਛੇ ਜੀ। ਤੇ ਇਹਨਾਂ ਦੀ ਤਾਂ ਲੱਗਦਾ ਛੜਪੇ ਮਾਰਦੇ ਆ 2 ਕਦਮ ਵੀ ਅੱਗੇ। ਹਾਂਜੀ ਬਿਲਕੁਲ ਡਾਕਟਰ ਸਾਹਿਬ। ਡਾਕਟਰ ਸਾਹਿਬ ਹੁਣ ਗੱਲ ਕਰਦੇ ਆ ਡੈਨਮਾਰਕ ਦੀ। ਡੈਨਮਾਰਕ ਦੇ ਵਿੱਚ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਨੂੰ ਕੋਸਵੋ ਦੀਆਂ ਜੇਲ੍ਹਾਂ 'ਚ ਸਜ਼ਾ ਭੁਗਤਣ ਦੇ ਲਈ ਭੇਜਿਆ ਜਾ ਰਿਹਾ। ਇਸ ਖਬਰ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ ਪਹਿਲਾਂ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਕਲੋਨੀਅਲ ਪਾਵਰਸ ਦੇਸ਼ ਭਗਤਾਂ ਨੂੰ ਦੇਸ਼ ਨਿਕਾਲਾ ਦਿੰਦੀਆਂ ਹੁੰਦੀਆਂ ਸੀ। ਹਾਂਜੀ। ਆਪਣੇ ਵੀ ਜਿਹੜੇ ਹਿੰਦੁਸਤਾਨ ਦੇ ਜਿਹੜੇ ਦੇਸ਼ ਭਗਤ ਹੁੰਦੇ ਸੀ ਲੜਦੇ, ਉਹਨੂੰ ਅੰਡੇਮਾਨ ਤੇ ਨਿਕੋਬਾਰ ਆਈਲੈਂਡ, ਜਿਨ੍ਹਾਂ ਨੂੰ ਕਾਲੇ ਪਾਣੀ ਕਿਹਾ ਜਾਂਦਾ ਸੀ, ਉੱਥੇ ਛੱਡ ਕੇ ਆਉਂਦੇ ਸੀ। ਕਾਲੇ ਪਾਣੀ ਵੀ ਇਹਨਾਂ ਦੇ ਬ੍ਰਿਟਿਸ਼ ਦੇ ਅੰਡਰ ਹੀ ਸੀ। ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਉਸ ਦੇਸ਼ ਤੋਂ ਬਾਹਰ ਭੇਜਿਆ ਜਾਵੇ, ਪਰ ਇਹ ਪਹਿਲੀ ਵਾਰ ਹੋ ਰਿਹਾ ਕਿ ਇੱਕ ਦੇਸ਼ ਆਪਣੇ ਕਲਪਰੇਟਸ ਨੂੰ, ਪਹਿਲਾਂ ਇੰਗਲੈਂਡ ਵਾਲੇ ਆਸਟ੍ਰੇਲੀਆ ਦੇ ਵਿੱਚ ਛੱਡ ਕੇ ਆਉਂਦੇ ਹੁੰਦੇ ਸੀ। ਪਹਿਲਾਂ ਜੇ ਕਿਸੇ ਨੇ ਬੰਦਾ ਮਾਰਤਾ, ਉਹਨੂੰ ਉੱਥੇ ਕਹਿਣਾ ਆਸਟ੍ਰੇਲੀਆ ਦੇ ਵਿੱਚ 20 ਸਾਲ ਲੱਗ ਗਿਆ। ਇਹ ਪਹਿਲੀ ਆ ਰਿਹਾ ਕਿ ਇਹਨਾਂ ਨੇ ਐਕਚੁਅਲ ਪ੍ਰਿਜ਼ਨਰਸ ਨੂੰ ਉੱਥੇ ਪ੍ਰਿਜ਼ਨ ਜਿਹੜੀ ਆ ਕੋਸੋਵੋ ਦੇ ਵਿੱਚ ਹੋਣੀ। ਕੋਸੋਵੋ ਹੁਣ ਉਹ ਰੀਜਨ ਆ, ਪਹਿਲਾਂ ਯੂਗੋਸਲਾਵੀਆ ਜਿਹਨੂੰ ਕਹਿੰਦੇ ਹੁੰਦੇ ਸੀ ਅਸੀਂ, ਉੱਥੇ ਇੱਕ ਹੈਗੀ ਆ ਮੈਡੀਟੇਰੀਅਨ ਦੀ ਦੇਸ਼ ਆ ਅਲਬੇਨੀਆ। ਇਹ ਅਲਬੇਨੀਅਨ ਲੋਕ ਨੇ ਜਿਹੜੇ ਕਿ ਯੂਗੋਸਲਾਵੀਆ ਦੇ ਵਿੱਚ ਰਹਿੰਦੇ ਸੀ। ਕੋਸੋਵੋ ਛੋਟਾ ਜਿਹਾ ਇਲਾਕਾ ਹੈ ਤੇ ਉੱਥੇ ਲੜਾਈ ਵੀ ਲੱਗੀ ਰਹੀ ਹੈ ਕਿਉਂਕਿ ਉਹ ਵੱਖਰਾ ਰਾਜ ਮੰਗਦੇ ਸੀ ਆਪਣਾ, ਤੇ ਵੈਸਟਰਨ ਪਾਵਰਸ ਨੇ ਉਹਨਾਂ ਦੀ ਸਪੋਰਟ ਵੀ ਕੀਤੀ। ਉਸ ਤੋਂ ਬਾਅਦ ਉਹਨਾਂ ਦੇ ਰੈਫਿਊਜੀਜ਼ ਗਏ। ਤੇ ਕੋਸੋਵੋ ਬਾਰੇ ਕਿਹਾ ਜਾਂਦਾ ਕਿ ਇਟਲੀ ਦੇ ਵਿੱਚ ਜਿਹੜਾ ਮਾਫੀਆ ਉਹਨਾਂ ਦਾ ਆਪਣਾ ਸੀ ਨਾ, ਉਹ ਉਹਨਾਂ ਦੀ ਪੁਲਿਸ ਤੋਂ ਖਤਮ ਨਹੀਂ ਹੋਇਆ। ਕੋਸੋਵੋ ਦੇ ਜਿਹੜੇ ਰੈਫਿਊਜੀ ਆਏ ਸੀ ਉਹਨਾਂ ਨੇ ਮਾਫੀਆ ਵਾਲੇ ਮਾਰਤੇ। ਮਤਲਬ ਉਹ ਬਦਮਾਸ਼ ਇਦੋਂ ਵੀ ਤਕੜੇ ਸੀ। ਜਿਹੜਾ ਕੰਮ ਪੁਲਿਸ ਨਹੀਂ ਕਰ ਸਕੀ ਉਹਨਾਂ ਨੇ ਕਰਤਾ। ਹੁਣ ਉਸ ਦੇਸ਼ ਦੇ ਵਿੱਚ ਜਿਹੜੀਆਂ ਪ੍ਰਿਜ਼ਨਸ ਆ, ਉਹਨਾਂ ਦੇ ਵਿੱਚ ਡੈਨਮਾਰਕ ਵਾਲੇ ਕਹਿੰਦੇ ਕਿ ਅਸੀਂ ਜਿਹੜੇ ਸਾਡੇ ਕ੍ਰਿਮੀਨਲ ਬੰਦੇ ਆ, ਅਪਰਾਧੀ ਬੰਦੇ ਆ, ਇਹਨਾਂ ਨੂੰ ਇੱਥੇ ਸਜ਼ਾ ਕੱਟਣ ਦੀ ਬਜਾਏ ਤੁਹਾਨੂੰ ਅਸੀਂ ਪੈਸੇ ਦੇ ਦੇਵਾਂਗੇ, ਤੁਸੀਂ ਇਹਨਾਂ ਨੂੰ ਸੰਭੋ। ਅਜੇ ਤੱਕ ਇਹ ਵੈਸੇ ਮਤਾ ਹੀ ਪੇਸ਼ ਕੀਤਾ ਹੈ, ਡੈਨਮਾਰਕ ਦੀ ਪਾਰਲੀਮੈਂਟ ਦੇ ਮੂਹਰੇ ਆ, ਤੇ ਉਦੋਂ ਕੋਸੋਵੋ ਵਾਲਿਆਂ ਨੇ ਆਪਣੇ ਵੀ ਨੈਸ਼ਨਲ ਅਸੈਂਬਲੀ ਦੇ ਵਿੱਚ ਪੇਸ਼ ਕੀਤਾ। ਹਾਂਜੀ। ਤੇ ਕੋਸੋਵੋ ਵਾਲਿਆਂ ਨੂੰ ਲੋੜ ਆ ਪੈਸੇ ਦੀ। ਉਹ ਚਾਹੁੰਦੇ ਕਿ ਇਹਦੇ ਵਿੱਚ ਪੈਸੇ ਵੱਟੇ ਜਾਣ ਇਹਦੇ। ਤੇ ਡੈਨਮਾਰਕ ਵਾਲਿਆਂ ਨੂੰ ਇਹ ਆ ਵੀ ਅਸੀਂ ਵੀ ਇੰਗਲੈਂਡ ਵਾਲਿਆਂ ਨੂੰ ਕਰਦੇ, ਇਹ ਵੀ ਇਦਾਂ ਹੀ ਕਰਦੇ ਹੁੰਦੇ ਸੀ ਜੀ, ਕਿ ਅਪਰਾਧੀ ਬੰਦੇ ਆ, ਇਹਨਾਂ ਨੇ ਸੈਂਟੈਂਸ ਕੱਟਣੀ ਆ, ਸਜ਼ਾ ਕੱਟਣੀ, ਉਦੋਂ ਬਾਅਦ ਫੇਰ ਆ ਜਾਣਾ ਇੱਥੇ ਜੀ। ਜਿਹੜੇ ਕੋਸੋਵੋ ਦੇ ਜੇਲ੍ਹ ਆ ਉਹ ਬੜੇ ਸਖਤ ਜੇਲ੍ਹ ਆ। ਜਿੱਦਾਂ US ਸਾਡੇ ਕਈ ਵਾਰੀ ਕੈਨੇਡੀਅਨ ਫੜ ਹੋ ਜਾਂਦੇ ਨਾ US ਦੇ ਵਿੱਚ, ਉਹਨਾਂ ਦੇ ਕੋਲ ਹੱਕ ਆ ਵੈਸੇ ਕਿ ਜਿੰਨੀ ਉਹਨਾਂ ਦੀ ਪ੍ਰਿਜ਼ਨ ਉੱਥੇ ਹੁੰਦੀ ਆ, ਸਜ਼ਾ ਉੱਥੇ ਹੁੰਦੀ ਆ, ਉਹ ਕੈਨੇਡੀਅਨ ਜੇਲ੍ਹ ਦੇ ਵਿੱਚ ਆ ਕੇ ਕੱਟ ਸਕਦੇ। ਇਹ ਐਗਰੀਮੈਂਟ ਆ, ਪਰ ਉਹਦੇ ਨਾਲ ਸਹਿਮਤੀ ਹੋਣੀ ਚਾਹੀਦੀ ਆ, ਜਸਟਿਸ ਮਿਨਿਸਟਰ ਦੇ ਅਪਰੂਵਲ ਹੋਣੀ ਚਾਹੀਦੀ ਉਹਦੀ। ਹੁਣ ਉਹਦੇ ਵਿੱਚ ਫਾਇਦਾ ਇਹ ਆ ਕਿ ਬਾਈ ਕੰਪੈਰੀਜ਼ਨ ਲੋਕੀ ਸਮਝਦੇ ਆ ਕਿ US ਦੀਆਂ ਜੇਲ੍ਹਾਂ ਜਿੱਥੇ ਕੁੱਟਦੇ ਮਾਰਦੇ ਆ, ਕਾਲੇ ਆ, ਸਪੈਨਿਕ ਆ, ਜਿੱਥੇ ਕਿ ਅੰਦਰ ਉੱਦਾਂ ਦੇ ਬੰਦੇ ਆ ਜਿਨ੍ਹਾਂ ਦੇ ਡੋਲੇ 30-30 ਇੰਚ ਆ, ਉਹ ਤੁਹਾਨੂੰ ਕੁੱਟਣਗੇ। ਕੈਨੇਡੀਅਨ ਜੇਲ੍ਹਾਂ ਜਿਨ੍ਹਾਂ ਨੂੰ ਸੁਰੱਖਿਅਤ ਸਮਝਿਆ ਜਾਂਦਾ, ਮੇਰਾ ਖਿਆਲ ਨਹੀਂ ਕੋਈ ਬਹੁਤਾ ਕੈਨੇਡੀਅਨ ਇਹ ਵੀ ਚਾਹੁੰਦਾ ਵੀ ਚੱਲ 4 ਦਿਨ ਜੇਲ੍ਹ 'ਚ ਹੀ ਲਾਈਏ, ਪਰ ਬਾਈ ਕੰਪੈਰੀਜ਼ਨ ਹਾਂਜੀ ਜੇ ਅਸੀਂ ਤੁਲਨਾ ਕਰਦੇ ਹਾਂ ਤਾਂ ਅਮਰੀਕਨ ਜੇਲ੍ਹਾਂ ਨਾਲੋਂ ਕੈਨੇਡੀਅਨ ਜੇਲ੍ਹਾਂ ਜ਼ਿਆਦਾ ਸੁਰੱਖਿਅਤ ਆ,
ਤੇ ਇੱਥੇ ਲੋਕੀ ਰਹਿ ਸਕਦੇ ਆ। ਜ਼ਰੂਰੀ ਨਹੀਂ ਵੀ ਲੋਕੀ ਰਹਿਣ ਨੂੰ ਜਾਣਾ ਚਾਹੁੰਦੇ ਆ ਵੀ ਡਿਜ਼ਨੀਲੈਂਡ ਛੱਡੋ ਪਰੇ, ਕਹਿਣਾ ਜੇਲ੍ਹ 'ਚ 9 ਮਹੀਨੇ ਲਾ ਕੇ ਆਉਣੇ। ਡਾਕਟਰ ਸਾਹਿਬ ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਹੈ, ਚਾਹੇ ਸੋਨੇ ਦੀ ਹੋਏ। ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਹੈ। ਤੁਸੀਂ ਕਦੇ ਬਿਮਾਰ ਹੋ ਜਾਓ, ਤੁਹਾਨੂੰ ਆਪਣੇ ਕਮਰੇ 'ਚ ਬਾੜ ਦਿੰਦੇ ਨਾ। ਹਾਂਜੀ ਹਾਂਜੀ, ਕੁਆਰੰਟੀਨ ਕਰ ਦਿੰਦੇ ਜੀ। ਉਹ ਵੀ ਸਮਝ ਲਓ ਇੱਕ ਕਿਸਮ ਦੀ ਜੇਲ੍ਹ ਹੁੰਦੀ। ਦੇਖ ਲਓ ਨਾਲੇ ਕਿੰਨੇ ਸੋਹਣਾ ਗੱਦੇ ਤੇ ਤੁਸੀਂ ਸੌਂਦੇ ਆ। ਹਾਂਜੀ, ਉਹ ਤੇ ਬੰਦਾ ਇਦਾਂ ਦਾ ਘੁੱਟਣ ਮਹਿਸੂਸ ਕਰਦਾ ਕਿ ਹੁਣ ਮੈਂ ਥੱਲੇ ਨਹੀਂ ਹਾਂ। ਤੁਸੀਂ ਥੱਲੇ ਵੀ ਵੈਸੇ ਕਿਹੜਾ ਸਟੈਨਲੀ ਪਾਰਕ 'ਚ ਘੁੰਮਦੇ ਆ। ਤੁਸੀਂ ਬਿਲਕੁਲ ਸਹੀ ਕਿਹਾ। ਵੈਸੇ ਦੇਖੋ, ਜੇ ਆਪਾਂ ਆਪਣੀ ਮਰਜ਼ੀ ਦੇ ਨਾਲ ਆਪਣੇ ਰੂਮ ਦੇ ਵਿੱਚ ਚਾਹੇ ਸਾਰਾ ਦਿਨ ਬੈਠੇ ਰਹੀਏ, ਪਰ ਜਦੋਂ ਸਾਨੂੰ ਇਹ ਲੱਗੇ ਕਿ ਹੁਣ ਨਾ ਸਾਨੂੰ ਆਈਸੋਲੇਟ ਕੀਤਾ ਗਿਆ ਜਾਂ ਫਿਰ ਅਸੀਂ ਆਪਣੇ ਆਪ ਨੂੰ ਵੀ ਆਈਸੋਲੇਟ ਕੀਤਾ ਹੈ ਨਾ, ਕੋਵਿਡ ਦੇ ਚੱਲਦੇ ਆ, ਉਦੋਂ ਜ਼ਿਆਦਾ ਮਹਿਸੂਸ ਹੁੰਦਾ। ਉਦੋਂ ਫਿਰ ਸੱਚੀ ਮੁੱਚੀ ਲੱਗਦਾ ਵੀ ਹਾਏ ਮੈਂ ਤਾਂ ਕਮਰੇ ਦੇ ਵਿੱਚ ਬੰਦ ਆ। ਫਿਰ ਤੁਹਾਨੂੰ ਸਟ੍ਰੈਸ ਵੀ ਹੋਣ ਲੱਗ ਜਾਂਦੀ ਹੈ, ਸਫੋਕੇਸ਼ਨ ਤਾਂ ਹੁੰਦੀ ਹੀ ਹੁੰਦੀ ਆ ਜੀ। ਹੁਣ ਕਈ ਵਾਰ ਹਾਊਸ ਅਰੈਸਟ ਕਰਦੇ। ਹਾਂਜੀ, ਉਹਨੂੰ ਆਪਣੇ ਘਰ ਦੇ ਮੋਸਟਲੀ ਅਸੀਂ ਪੈਂਡੈਮਿਕ ਦੇ ਵਿੱਚ ਆਪਣੇ ਘਰੇ ਰਹੇ। ਹਾਂਜੀ, ਹੁਣ ਇਹਨੂੰ ਅਸੀਂ ਕਹਿ ਦਈਏ ਕਿ ਹਾਊਸ ਅਰੈਸਟ ਹੀ ਸੀ ਸਾਡੀ, ਪਰ ਫਿਰ ਵੀ ਬਾਹਰ ਅੰਦਰ ਆਉਣ ਦੀ ਸਾਡੀ, ਜੇ ਅਸੀਂ ਜਾਣਾ ਚਾਹੁੰਦੇ ਸੀ ਤਾਂ ਜਾ ਸਕਦੇ ਸੀ ਜੀ, ਸਾਡੀ ਮਰਜ਼ੀ ਸੀ। ਮਰਜ਼ੀ ਸੀ। ਉਹ ਜਿਹੜੀ ਮਰਜ਼ੀ ਆ ਜਿਹੜੀ ਉਹਨੂੰ ਕੈਦ ਕੀਤਾ ਜਾਂਦਾ ਜੀ। ਜਿਹੜੀ ਕੈਦ ਦੀ ਮਤਲਬ ਆ ਉਹਦਾ, ਉਹ ਜਿਹੜੀ ਤੁਹਾਡੀ ਆਜ਼ਾਦੀ ਹੈ, ਜੇ ਹੋ ਸਕਦਾ ਤੁਸੀਂ 20 ਸਾਲ ਅੰਦਰ ਹੀ ਬੈਠੇ ਰਹੋ। ਹਾਂਜੀ, ਪਰ ਉਹਦੇ ਵਿੱਚ ਇੱਕ ਆਜ਼ਾਦੀ ਹੈ ਕਿ ਕਿਸੇ ਦਿਨ ਤੁਹਾਡੇ ਮਨ ਦੇ ਵਿੱਚ ਆਵੇ ਤੁਸੀਂ ਬਾਹਰ ਨਿਕਲ ਸਕਦੇ ਜੀ, ਪਰ ਕੈਦ ਦੇ ਵਿੱਚ ਤੁਸੀਂ ਬਾਹਰ ਨਿਕਲ ਨਹੀਂ ਸਕਦੇ ਜੀ। ਬਿਲਕੁਲ ਇਹ ਕੈਦ ਆ ਕਿ ਤੁਹਾਡੀ ਜਿਹੜੀ ਉਹ ਆਜ਼ਾਦੀ ਦੀ ਤਮੰਨਾ ਆ ਉਹਨੂੰ ਕੈਦ ਕੀਤਾ ਹੈ। ਹਾਂਜੀ। ਡਾਕਟਰ ਸਾਹਿਬ ਟਾਈਮ ਹੋ ਚੁੱਕਿਆ ਜੀ ਅੱਜ ਦੇ ਵਿਚਾਰ ਦਾ। ਆਪਣੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਦੱਸੋ। ਅੱਜ ਦਾ ਵਿਚਾਰ ਹੈ ਜੀ, ਕਹਿੰਦੇ ਜੱਦੀ ਜਾਇਦਾਦ ਮਿਲਦੀ ਜਦੋਂ ਉਹਦੇ ਨਾਲ ਝਗੜੇ ਵੀ ਜੱਦੀ ਮਿਲਦੇ ਆ। ਜੀ ਬਿਲਕੁਲ ਠੀਕ। ਤੇ ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ।